ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਅਜੇ ਸਿਡਾਨਾ ਵੈਲਕਮ ਕਰਦਾ ਗਿਲਸ ਮੈਂਟੋਰ ਈ ਲਰਨਿੰਗ ਦੇਖ ਰਹੇ ਸਾਰੇ ਹੀ ਐਸਪਾਇਰੈਂਟਸ ਦਾ। ਦੋਸਤੋ, ਸਟੈਟਿਕ ਜੀਕੇ ਦੀ ਚੱਲ ਰਹੀ ਸੀਰੀਜ਼ 'ਚ ਇਹ ਆਪਣਾ 8th ਲੈਕਚਰ ਹੈ। ਸੋ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਇਸ ਸੀਰੀਜ਼ 'ਚ ਆਪਾਂ ਇੱਕ ਟੋਪਿਕ ਲੈਂਦੇ ਹਾਂ, ਉਸ ਟੋਪਿਕ ਦੀ ਫੁੱਲ ਡਿਟੇਲ ਆਪਾਂ ਡਿਸਕਸ ਕਰਦੇ ਹਾਂ ਐਂਡ ਦੈਨ ਹਰ ਦੋ ਟੋਪਿਕਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਉਸ ਦੇ MCQ। ਸੋ ਉਸੇ ਤਰ੍ਹਾਂ ਇਸ 8th ਲੈਕਚਰ ਦੇ ਵਿੱਚ ਇਹ ਟੋਪਿਕ ਹੈ ਐਕਸਪੈਕਟਿਡ MCQ ਔਨ ਵਾਟਰ ਟਰਾਂਸਪੋਰਟ ਇਨ ਇੰਡੀਆ। ਤੁਸੀਂ ਜਾਣਦੇ ਹੋ ਆਪਾਂ 6th ਲੈਕਚਰ ਦੇ ਵਿੱਚ ਕੀਤਾ ਇਨਲੈਂਡ ਵਾਟਰ ਟਰਾਂਸਪੋਰਟ ਐਂਡ 7th ਲੈਕਚਰ ਦੇ ਵਿੱਚ ਕੀਤਾ ਆਪਾਂ ਆਊਟਸਾਈਡ ਵਾਟਰ ਟਰਾਂਸਪੋਰਟ ਦੈਟ ਇਜ਼ ਪੋਰਟਸ ਆਫ ਇੰਡੀਆ। ਐਂਡ ਉਹਨਾਂ ਦੋਨਾਂ ਦੇ ਜੋ ਵੀ ਪ੍ਰੀਵੀਅਸ ਈਅਰ ਕੁਐਸਚਨਸ ਹੈ ਜਾਂ ਹੋਰ ਜੋ ਇੰਪੋਰਟੈਂਟ ਕੁਐਸਚਨਸ ਬਣ ਸਕਦੇ ਹੈ ਜਿਨ੍ਹਾਂ ਨੂੰ ਆਪਾਂ ਐਕਸਪੈਕਟਿਡ MCQ ਦਾ ਨਾਮ ਦਿੱਤਾ, ਉਹ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਜਿਵੇਂ ਕਿ ਦੋਸਤੋ ਇਸ ਤੋਂ ਪਹਿਲਾਂ ਲੈਕਚਰ ਨੰਬਰ 5 ਦੇ ਵਿੱਚ ਆਪਾਂ ਟੈਂਪਲਸ ਆਫ ਇੰਡੀਆ ਐਂਡ ਵਰਲਡ ਹੈਰੀਟੇਜ ਸਾਈਟ ਦੇ MCQ ਡਿਸਕਸ ਕੀਤੇ ਸੀ। ਉਹਨਾਂ ਲੈਕਚਰਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜੀਕੇ ਨੂੰ ਪੜ੍ਹਨ ਦੀ ਬੈਸਟ ਪ੍ਰੈਕਟਿਸ ਕੀ ਰਹਿੰਦੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਉਸ ਟੌਪਿਕ ਨੂੰ ਜਿੰਨੀ ਡਿਟੇਲ 'ਚ ਪੜ੍ਹ ਸਕਦੇ ਹੋ ਉਨੀ ਡਿਟੇਲ 'ਚ ਪੜ੍ਹੋ ਬਿਨਾਂ ਰੱਟਾਂ ਮਾਰੇ। ਦੈਨ ਤੁਸੀਂ ਉਹਨੂੰ ਟਾਈਮ ਟੂ ਟਾਈਮ ਰਿਵਾਈਜ਼ ਕਰਦੇ ਰਹੋ। ਰਿਵਾਈਜ਼ ਕਰਨ ਤੋਂ ਬਾਅਦ ਤੁਸੀਂ ਉਹਦੀ ਪ੍ਰੈਕਟਿਸ ਕਰੋ। ਤੁਹਾਨੂੰ ਇੱਕ ਜਨਰਲ ਰੂਲ ਦੱਸਿਆ ਸੀ ਮੈਂ ਕਿ ਪਹਿਲਾਂ ਟੌਪਿਕ ਨੂੰ ਡਿਟੇਲ 'ਚ ਪੜ੍ਹਨਾ, ਫਿਰ ਉਸ ਟੌਪਿਕ ਦੀ ਰਿਵੀਜ਼ਨ ਕਰਨਾ ਐਂਡ ਦੈਨ ਉਸ ਦੇ ਟੌਪਿਕ ਦੀ ਪ੍ਰੈਕਟਿਸ ਕਰਨਾ, ਜਿਹਨੂੰ ਆਪਾਂ ਨਾਮ ਦਿੱਤਾ ਸੀ TRP। ਚੈਨਲ ਦੀ TRP ਹੁੰਦੀ ਹੈ, ਉਸੇ ਤਰ੍ਹਾਂ ਆਪਾਂ ਆਪਣੀ ਜੀਕੇ ਸੀਰੀਜ਼ ਜੀਕੇ ਜੋ ਆਪਣੀ ਨੌਲੇਜ ਹੈ ਉਹਦੀ TRP ਵਧਾਉਣ ਲਈ ਆਪਾਂ ਨੂੰ ਕਰਨਾ ਪਏਗਾ ਪਹਿਲਾਂ ਟੌਪਿਕ, ਦੈਨ ਉਹਦੀ ਰਿਵੀਜ਼ਨ ਐਂਡ ਦੈਨ ਉਹਦੀ ਪ੍ਰੈਕਟਿਸ। ਸੋ ਆਪਾਂ ਜੋ ਇਸ ਸੀਰੀਜ਼ ਦੇ ਵਿੱਚ ਜੋ ਆਪਾਂ ਸਟੈਟਿਕ ਜੀਕੇ ਦੀ ਗੱਲ ਕਰਦੇ ਹਾਂ ਉਹਨੂੰ ਪੜ੍ਹਨ ਲਈ ਆਪਾਂ ਇਹੀ ਟੈਕਨੀਕ ਜੋ ਹੈ ਉਹ ਵਰਤਦੇ ਹਾਂ। ਸੋ ਉਸ ਟੈਕਨੀਕ ਨੂੰ ਵਰਤ ਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਟੌਪਿਕ ਨੂੰ ਕਵਰ ਕਰ ਸਕਦੇ ਹੋ ਅਤੇ ਜ਼ਿਆਦਾ ਦੇਰ ਤੱਕ ਆਪਦੇ ਮਾਈਂਡ ਦੇ ਵਿੱਚ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਰੱਖ ਸਕਦੇ ਹੋ। ਸੋ ਪਿਛਲੇ ਸਾਰੇ ਲੈਕਚਰ ਤੁਸੀਂ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਵਰਲਡ ਹੈਰੀਟੇਜ ਸਾਈਟ ਟੌਪਿਕ ਚੱਕਿਆ, ਦੈਨ ਆਪਾਂ ਟੈਂਪਲਸ ਆਫ ਇੰਡੀਆ ਚੱਕਿਆ, ਦੈਨ ਆਪਾਂ ਇਨਲੈਂਡ ਵਾਟਰਵੇ ਐਂਡ ਦੈਨ ਪੋਰਟਸ ਆਫ ਇੰਡੀਆ। ਸੋ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਹਨਾਂ ਦੋਨੋਂ ਟੌਪਿਕ ਜੋ ਇਨਲੈਂਡ ਵਾਟਰਵੇ ਐਜ਼ ਵੈਲ ਐਜ਼ ਪੋਰਟਸ, ਯਾਨੀ ਕਿ ਇਨ ਸ਼ੋਰਟ ਕਹੀਏ ਤਾਂ ਵਾਟਰ ਟਰਾਂਸਪੋਰਟ ਆਫ ਇੰਡੀਆ, ਇਹਦੇ ਆਪਾਂ MCQ ਜੋ ਹੈ ਉਹ ਇਹਦੇ 'ਚ ਡਿਸਕਸ ਕਰਾਂਗੇ। 25 ਟੋਪ MCQ ਆਪਾਂ ਇਸ 'ਚ ਲਿੱਤੇ ਹੈ, ਲੇਕਿਨ ਦੋਸਤੋ ਕਹਿਣ ਨੂੰ 25 MCQ ਹੈ, ਲੇਕਿਨ ਜਦੋਂ ਆਪਾਂ ਉਹਨਾਂ ਦੇ ਆਪਸ਼ਨਸ ਵੀ ਡਿਸਕਸ ਕਰਾਂਗੇ ਤਾਂ ਐਸੇ ਟੌਪਿਕ ਐਸੇ ਹਾਫ ਐਨ ਆਰ ਦੇ ਵਿੱਚ ਤੁਸੀਂ ਦੇਖੋਗੇ 75 ਤੋਂ ਵੱਧ MCQ ਦੇ ਕਰੀਬ ਆਪਾਂ ਉਸ ਚੀਜ਼ ਨੂੰ ਬਣਾ ਸਕਦੇ ਹਾਂ। 75 ਤੋਂ ਵੱਧ MCQ ਤੁਹਾਡੇ ਰਿਲੇਟ ਕਰ ਸਕਦੇ ਆ ਇਹਨਾਂ ਸਾਰੇ ਕੁਐਸਚਨਸ ਨਾਲ। ਸੋ ਦੋਸਤੋ ਪਹਿਲੇ ਕੁਐਸਚਨ ਦੀ ਵੱਲ ਚਲਦੇ ਹਾਂ। ਫਸਟ ਕੁਐਸਚਨ ਔਨ ਯੂਅਰ ਸਕਰੀਨ ਦੈਟ ਇਜ਼ ਵਿਚ ਆਫ ਦੀ ਫੋਲੋਇੰਗ ਇਜ਼ ਅ ਟਾਈਡਲ ਪੋਰਟ। ਸੋ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ, ਇੱਕ ਵਾਰੀ ਫਿਰ ਦੱਸੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਨੂੰ ਪੜ੍ਹਨਾ ਹੈ। ਤੁਸੀਂ ਦੇਖਣਾ ਹੈ ਕਿ ਉਹ ਕੁਐਸਚਨ ਆਪਣੇ ਕਿਹੜੇ ਟੌਪਿਕ ਤੋਂ ਲਿੱਤਾ ਗਿਆ, ਇਹਨੂੰ ਕੁਐਸਚਨ ਕਹਿਣਾ ਕੀ ਚਾਹ ਰਿਹਾ ਹੈ। ਸੋ ਇਸ ਕੁਐਸਚਨ ਦੀ ਗੱਲ ਕਰੀਏ ਤਾਂ ਕੁਐਸਚਨ ਕਹਿਣਾ ਚਾਹ ਰਿਹਾ ਹੈ ਕਿ ਹੇਠ ਲਿਖੇ ਵਿੱਚੋਂ ਕਿਹੜਾ ਟਾਈਡਲ ਪੋਰਟ ਹੈ। ਸੋ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਟਾਈਡਲ ਪੋਰਟ ਕੀ ਹੁੰਦਾ ਹੈ। ਆਪਸ਼ਨ ਦਿੱਤੇ ਗਏ ਹੈ ਤੁਤੀਕੋਰੀਨ ਪੋਰਟ, ਕਾਂਡਲਾ ਪੋਰਟ, ਮੁਰਮੁਗਾਓ ਪੋਰਟ ਜਾਂ ਕੋਚੀ ਪੋਰਟ। ਚਾਰ ਆਪਸ਼ਨਸ ਤੁਹਾਡੇ ਸਾਹਮਣੇ ਹੈ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਟਾਈਡਲ ਪੋਰਟ ਉਹ ਪੋਰਟ ਹੈ ਜਿੰਦਾ ਵਾਟਰ ਜੋ ਹੈ ਉਹ ਸ਼ਾਂਤ ਨਾ ਰਹਿ ਕੇ ਉਹਦੇ 'ਤੇ ਮੂਨ ਦੇ ਗੁਰੂਤਵਾਕਰਸ਼ਣ ਦਾ ਇਫੈਕਟ ਪੈਂਦਾ ਹੈ, ਯਾਨੀ ਕਿ ਪਾਣੀ ਕਈ ਵਾਰੀ ਜੋ ਹਾਈ ਟਾਈਡ ਲੋ ਟਾਈਡ ਉਹਦਾ ਜੋ ਹੈ ਇਫੈਕਟ ਪੈਂਦਾ ਹੈ। ਸੋ ਇਸ ਤਰ੍ਹਾਂ ਦਾ ਪੋਰਟ ਜਦੋਂ ਆਪਾਂ ਡਿਟੇਲ ਕੀਤੀ ਸੀ, ਤੁਸੀਂ 5 ਸਕਿੰਟ ਲਈ ਸੋਚੋ ਐਂਡ ਦੋਸਤੋ ਰੂਲ ਉਹੀ ਰੱਖਣਾ ਹੈ ਕਿ ਤੁਸੀਂ ਤੁੱਕਾ ਨਹੀਂ ਮਾਰਨਾ। ਜਦੋਂ ਤੁਸੀਂ TRP ਜੋ ਆਪਣਾ TRP ਦਾ ਆਪਾਂ ਇੱਕ ਰੂਲ ਕਹਿੰਦੇ ਹਾਂ ਟੌਪਿਕ ਰਿਵੀਜ਼ਨ ਐਂਡ ਪ੍ਰੈਕਟਿਸ, ਜਦੋਂ ਤੁਸੀਂ ਇਸ ਰੂਲ 'ਤੇ ਚੱਲਦੇ ਹੋ ਤਾਂ ਉਸ ਰੂਲ ਦੇ ਮੁਤਾਬਿਕ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਤੁੱਕਾ ਨਾ ਮਾਰੋ। ਜਦੋਂ ਤੁਸੀਂ ਟੌਪਿਕ ਨੂੰ ਡਿਟੇਲ 'ਚ ਪੜ੍ਹਿਆ ਹੁੰਦਾ ਹੈ ਤਾਂ ਅਗਰ ਤੁਹਾਨੂੰ ਕੁਐਸਚਨ ਨਹੀਂ ਵੀ ਆਉਂਦਾ ਤਾਂ ਤੁਹਾਨੂੰ ਮੈਂ ਇੱਕ ਤਰੀਕਾ ਦੱਸਦਾ। ਤੁਸੀਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਕਿਹੜੇ ਜੋ ਆਪਸ਼ਨਸ ਹੈ ਉਹਨਾਂ ਨੂੰ ਆਊਟਰਾਈਟਲੀ ਰਿਜੈਕਟ ਕੀਤਾ ਜਾ ਸਕਦਾ ਹੈ। ਤੁਸੀਂ ਦੇਖੋਗੇ ਕਿ ਅਗਰ ਤਾਂ ਤੁਸੀਂ ਟੌਪਿਕ ਨੂੰ ਇੰਨੀ ਕੁ ਡਿਟੇਲ 'ਚ ਕੀਤਾ ਹੋਇਆ ਹੈ ਤਾਂ ਤੁਸੀਂ ਤਿੰਨ ਆਪਸ਼ਨਸ ਨੂੰ ਵੀ ਰਿਜੈਕਟ ਕਰ ਸਕਦੇ ਹੋ ਅਤੇ ਤੁਹਾਡਾ ਸਹੀ ਆਨਸਰ ਆ ਜਾਏਗਾ। ਅਗਰ ਤੁਸੀਂ ਥੋੜ੍ਹਾ ਜਿਹਾ ਘੱਟ TRP ਨੂੰ ਫੋਲੋ ਕੀਤਾ ਹੈ ਜਾਂ ਘੱਟ ਤੁਸੀਂ ਥੋੜ੍ਹੀ ਡਿਟੇਲ ਪੜ੍ਹੀ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਇੱਕ ਜਾਂ ਦੋ ਆਪਸ਼ਨਸ ਨੂੰ ਤਾਂ ਆਊਟਰਾਈਟਲੀ ਰਿਜੈਕਟ ਕਰ ਸਕਦੇ ਹੋ। ਚਲੋ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ। ਇਹਦਾ ਜਵਾਬ ਹੈ ਕਾਂਡਲਾ ਪੋਰਟ।
ਜਦੋਂ ਆਪਾਂ ਪੋਰਟਸ ਦੀ ਡਿਟੇਲ ਕੀਤੀ ਸੀ ਉਦੋਂ ਆਪਾਂ ਡਿਸਕਸ ਕੀਤਾ ਸੀ ਕਿ ਕਾਂਡਲਾ ਪੋਰਟ ਇੱਕੋ ਇੱਕ ਉਹ ਪੋਰਟ ਹੈ ਜੋ ਟਾਈਡਲ ਪੋਰਟ ਦੀ ਸੰਗਿਆ ਉਹਨੂੰ ਦਿੱਤੀ ਜਾਂਦੀ ਹੈ। ਸੋ ਬਾਕੀ ਆਪਸ਼ਨਸ ਦੀ ਗੱਲ ਕਰੀਏ ਤਾਂ ਕਾਂਡਲਾ ਪੋਰਟ ਹੈ ਕਿੱਥੇ ਵੈਸੇ, ਗੁਜਰਾਤ ਕੋਸਟ ਤੇ, ਹੈ ਨਾ। ਐਂਡ ਤੂਤੀਕੋਰੀਨ ਪੋਸਟ ਤਮਿਲਨਾਡੂ, ਮੁਰਮੁਗਾਓ ਪੋਰਟ ਗੋਆ, ਕੋਚੀ ਪੋਰਟ ਕੇਰਲਾ। ਸੋ ਇਹ ਤੁਹਾਡੇ ਸਾਹਮਣੇ ਹੈ। ਐਂਡ ਕੋਚੀ ਨੂੰ ਕੀ ਕਿਹਾ ਜਾਂਦਾ ਹੈ, ਕੁਈਨ ਆਫ ਅਰੇਬੀਅਨ ਸੀ। ਸੋ the right answer to this question is Kandla port. Next, which of the following is world class international container handling port? ਇਹਨਾਂ ਚਾਰਾਂ ਚੋਂ ਕਿਹੜਾ ਵਰਲਡ ਕਲਾਸ ਇੰਟਰਨੈਸ਼ਨਲ ਕੰਟੇਨਰ ਹੈਂਡਲਿੰਗ ਪੋਰਟ ਹੈ? ਇਜ਼ ਇਟ ਜਵਾਹਰ ਲਾਲ ਨਹਿਰੂ ਪੋਰਟ, ਇਜ਼ ਇਟ ਮੁਰਮੁਗਾਓ ਪੋਰਟ, ਇਜ਼ ਇਟ ਮੁੰਬਈ ਪੋਰਟ ਔਰ ਕੋਚੀ ਪੋਰਟ? ਸੋ ਜਦੋਂ ਦੋਸਤੋ ਆਪਾਂ ਪੋਰਟ ਦਾ ਕੁਐਸਚਨ ਕੀਤਾ ਸੀ ਉਦੋਂ ਆਪਾਂ ਪੋਰਟ ਦਾ ਟੌਪਿਕ ਆਪਾਂ ਕੀਤਾ ਸੀ, ਉਦੋਂ ਆਪਾਂ ਇਹ ਕਿਹਾ ਸੀ ਕਿ ਇੰਡੀਆ ਦਾ ਲਾਰਜੈਸਟ ਜਾਂ ਬਿਜ਼ੀਐਸਟ ਪੋਰਟ ਦੇ ਟ੍ਰੈਫਿਕ ਨੂੰ ਘਟਾਉਣ ਲਈ, ਟ੍ਰੈਫਿਕ ਨੂੰ ਥੋੜ੍ਹਾ ਪ੍ਰੈਸ਼ਰ ਨੂੰ ਰਿਲੀਜ਼ ਕਰਨ ਲਈ ਇੱਕ ਇਹੋ ਜਿਹਾ ਪੋਰਟ ਬਣਾਇਆ ਗਿਆ ਜਿਸ ਪੋਰਟ ਦੇ ਵਿੱਚ ਹਾਈ ਕਲਾਸ ਵਰਲਡ ਕਲਾਸ ਕੰਟੇਨਰ ਦੀ ਫੈਸਿਲਿਟੀ ਜੋ ਹੈ ਉਹ ਦਿੱਤੀ ਗਈ। ਐਂਡ ਦੈਟ ਪੋਰਟ ਵਾਜ਼ JNPT, ਜਵਾਹਰ ਲਾਲ ਨਹਿਰੂ ਪੋਰਟ, ਵਿਚ ਇਜ਼ ਆਲਸੋ ਇਨ ਮੁੰਬਈ। ਐਂਡ ਉਸੇ ਪੋਰਟ ਦੇ ਵਿੱਚ ਜੋ ਹੈ ਫੈਸਿਲਿਟੀ ਵਰਲਡ ਕਲਾਸ ਇੰਟਰਨੈਸ਼ਨਲ ਕੰਟੇਨਰ ਹੈਂਡਲਿੰਗ ਪੋਰਟ ਦੀ ਫੈਸਿਲਿਟੀ ਦਿੱਤੀ ਗਈ। ਸੋ ਬਾਕੀ ਆਪਾਂ ਮੁਰਮੁਗਾਓ ਪੋਰਟ ਦੀ ਗੱਲ ਕਰ ਚੁੱਕੇ ਹਾਂ। ਮੁੰਬਈ ਪੋਰਟ ਓਬਵੀਅਸਲੀ ਜਿਹਨੂੰ ਮੈਂ ਕਿਹਾ ਕਿ ਦਿਸ ਇਜ਼ ਦੀ ਲਾਰਜੈਸਟ ਪੋਰਟ ਇਨ ਇੰਡੀਆ ਐਂਡ ਕੋਚੀ ਪੋਰਟ ਇਜ਼ ਇਨ ਕੇਰਲਾ। ਨੈਕਸਟ, ਥਰਡ ਨੰਬਰ ਕੁਐਸਚਨ, which is the artificial port and second busiest port in India after Mumbai? ਸੋ ਸੈਕਿੰਡ ਬਿਜ਼ੀਐਸਟ, ਹੁਣੇ ਆਪਾਂ ਕਰਕੇ ਆਏ ਹਾਂ ਕਿ ਲਾਰਜੈਸਟ ਐਂਡ ਬਿਜ਼ੀਐਸਟ ਪੋਰਟ ਕੀ ਹੈ, ਮੁੰਬਈ। ਲੇਕਿਨ ਉਸ ਤੋਂ ਬਾਅਦ ਅਗਰ ਆਪਾਂ ਆਰਟੀਫਿਸ਼ੀਅਲ ਪੋਰਟ ਜਾਂ ਅਗਰ ਇਸ ਜਗ੍ਹਾ 'ਤੇ ਆਰਟੀਫਿਸ਼ੀਅਲ ਹਾਰਬਰ ਹੁੰਦਾ ਤਾਂ ਜ਼ਿਆਦਾ ਅੱਛਾ ਸੀ ਕੁਐਸਚਨ ਦੇ ਵਿੱਚ, ਲੇਕਿਨ ਇਹ ਕੁਐਸਚਨ ਐਜ਼ ਇਟ ਇਜ਼ ਆਇਆ ਹੋਇਆ ਸੀ, ਵਿਚ ਇਜ਼ ਦੀ ਆਰਟੀਫਿਸ਼ੀਅਲ ਪੋਰਟ ਐਂਡ ਸੈਕਿੰਡ ਬਿਜ਼ੀਐਸਟ ਪੋਰਟ ਇਨ ਇੰਡੀਆ ਆਫਟਰ ਮੁੰਬਈ। ਸੋ ਕੀ ਆਏਗਾ ਇਹਦਾ ਆਂਸਰ? ਇਜ਼ ਇਟ ਚੇਨਈ ਪੋਰਟ, ਇਜ਼ ਇਟ ਤੂਤੀਕੋਰੀਨ ਪੋਰਟ, is it Vizag, that is Visakhapatnam port, or Kochi port? So the right answer to this question is Chennai port. ਸੋ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਆਪਾਂ ਪੋਰਟ ਦਾ ਟੌਪਿਕ ਆਪਾਂ ਪੜ੍ਹਿਆ ਉਹਦੇ 'ਚ ਆਪਾਂ ਕੀਤਾ ਸੀ ਕਿ ਚੇਨਈ ਈਸਟ ਕੋਸਟ 'ਤੇ ਉਸ ਤਰ੍ਹਾਂ ਦਾ ਜੋ ਪੋਰਟ ਹੈ ਜਿੱਥੇ ਕਿ ਆਰਟੀਫਿਸ਼ੀਅਲ ਹਾਰਬਰ ਬਣਾਇਆ ਗਿਆ ਹੈ। ਐਂਡ ਇਹ ਪੋਰਟ ਜੋ ਹੈ ਇਹ ਵੀ ਬਹੁਤ ਬਿਜ਼ੀ ਹੈ। ਇਸ ਪੋਰਟ ਨੂੰ ਘਟਾਉਣ ਲਈ, ਇਸ ਪੋਰਟ ਦੇ ਟ੍ਰੈਫਿਕ ਨੂੰ ਘਟਾਉਣ ਲਈ ਵੀ ਇੱਕ ਬਣਾਇਆ ਗਿਆ ਪੋਰਟ। ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਚੇਨਈ ਪੋਰਟ। ਸੋ ਬਾਕੀਆਂ ਬਾਰੇ ਗੱਲ ਕਰੀਏ, ਤੂਤੀਕੋਰੀਨ ਆਪਾਂ ਕਰਕੇ ਆ ਚੁੱਕੇ ਹਾਂ। ਵਾਈਜ਼ੈਗ ਪੋਰਟ ਕਿੱਥੇ ਹੈ? ਵਾਈਜ਼ੈਗ ਪੋਰਟ ਹੈ ਆਂਧਰਾ ਪ੍ਰਦੇਸ਼ ਦੇ ਕੋਸਟ ਤੇ, ਵਾਈਜ਼ੈਗ ਪੋਰਟ। ਨੈਕਸਟ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਮੁੰਬਈ ਪੋਰਟ। ਸੋ ਇੰਡੀਆ ਦਾ ਜੋ ਲਾਰਜੈਸਟ ਪੋਰਟ ਹੈ ਉਹਦੇ ਬਾਰੇ 2 ਪੁਆਇੰਟ ਦਿੱਤੇ ਗਏ ਹੈ। ਇਟ ਇਜ਼ ਫੁੱਲੀ ਇੰਟੀਗ੍ਰੇਟਿਡ multi-purpose port handling container, dry, liquid bulk and break bulk cargo. Second point, Prince Victoria and Indira Dock are the 3 wet enclosed docks. ਦੋਨਾਂ ਚੋਂ ਤੁਸੀਂ ਇਹ ਦੱਸਣਾ ਹੈ ਕਿ ਕਿਹੜਾ ਪੁਆਇੰਟ ਸਹੀ ਹੈ ਮੁੰਬਈ ਪੋਰਟ ਬਾਰੇ, ਕਿ ਕੀ ਇਹ ਫੁੱਲੀ ਇੰਟੀਗ੍ਰੇਟਿਡ ਮਲਟੀਪਰਪਜ਼ ਪੋਰਟ ਹੈ ਜੋ ਕਿ ਹਰ ਤਰ੍ਹਾਂ ਦੇ ਕਾਰਗੋ ਨੂੰ ਹੈਂਡਲ ਕਰਦਾ ਹੈ, ਲਿਕੁਇਡ, ਡਰਾਈ, ਬ੍ਰੇਕ ਬਲਕ। ਸੈਕਿੰਡ, ਇਸ ਜਗ੍ਹਾ 'ਤੇ ਕਹਿੰਦੇ ਕਿ 3 ਕਾਰਗੋ ਹੈ ਅਤੇ 3 ਡੋਕ ਹੈ, ਪ੍ਰਿੰਸ ਵਿਕਟੋਰੀਆ ਐਂਡ ਇੰਦਰਾ ਡੋਕ। ਡੋਕ ਪਹਿਲਾਂ ਤੁਹਾਨੂੰ ਡੋਕ ਪਤਾ ਹੋਣਾ ਚਾਹੀਦਾ, ਡੋਕ, ਜਾਂ ਇਸ ਤੋਂ ਪਹਿਲਾਂ ਮੈਂ ਹਾਰਬਰ ਦੀ ਗੱਲ ਕੀਤੀ। ਇਹ ਡੋਕ, ਹਾਰਬਰ, ਇਹ ਕੀ ਚੀਜ਼ ਹੈ? ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਸੀ ਕਿ ਤੁਸੀਂ ਪੋਰਟ ਜੋ ਕਿ ਸ਼ਿਪ ਨੂੰ ਅਗਰ ਤੁਸੀਂ ਸਮਝਣਾ ਹੈ, ਸ਼ਿਪ ਦੇ ਜਗ੍ਹਾ, ਉਸ ਜਗ੍ਹਾ 'ਤੇ ਅਗਰ ਆਪਾਂ ਇੱਕ ਐਨਾਲੋਗੀ ਕਰੀਏ, ਆਪਾਂ ਬੱਸ ਸਟੈਂਡ ਦੀ ਗੱਲ ਕਰੀਏ, ਬੱਸਿਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਹੁੰਦੇ ਆ ਸਟੈਂਡ, ਜਿਹੜੀ ਜਗ੍ਹਾ 'ਤੇ ਸਟੈਂਡ ਨੰਬਰ 1, ਸਟੈਂਡ ਨੰਬਰ 2, ਸਟੈਂਡ ਨੰਬਰ 3, ਉੱਥੇ ਬੱਸਿਸ ਲੱਗੀਆਂ ਹੁੰਦੀਆਂ ਜਿੱਥੇ ਸਵਾਰੀਆਂ ਉਸ ਚੜ੍ਹ ਸਕਦੀਆਂ ਜਾਂ ਉਤਰ ਸਕਦੀਆਂ, ਹੈ ਨਾ। ਉਸ ਤੋਂ ਬਾਅਦ ਉਸ ਜਗ੍ਹਾ ਨੂੰ ਅਗਰ ਆਪਾਂ ਸੇਮ ਪੋਰਟ ਦੀ ਗੱਲ ਕਰੀਏ ਤਾਂ ਪੋਰਟ 'ਤੇ ਇੱਕ ਇਸ ਤਰ੍ਹਾਂ ਦੀ ਜਗ੍ਹਾ ਹੁੰਦੀ ਹੈ ਜਿੱਥੇ ਲੋਡਿੰਗ ਅਨਲੋਡਿੰਗ ਐਕਚੁਅਲ ਹੈਪਨ ਹੁੰਦੀ ਹੈ, ਤਾਂ ਉਸ ਜਗ੍ਹਾ ਨੂੰ ਕਹਿੰਦੇ ਆ ਪੋਰਟ। ਉਸ ਤੋਂ ਇਲਾਵਾ ਅਗਰ ਆਪਾਂ ਬੱਸਿਸ ਨਾਲ ਐਨਾਲੋਗੀ ਕਰ ਰਹੇ ਹਾਂ ਤਾਂ ਇੱਕ ਜਗ੍ਹਾ ਇਹ ਜਿਹੀ ਹੁੰਦੀ ਹੈ ਜਿਸ ਜਗ੍ਹਾ 'ਤੇ ਬੱਸਿਸ ਨੂੰ ਪਾਰਕ ਕੀਤਾ ਜਾਂਦਾ ਹੈ, ਜਿੱਥੇ ਜਦੋਂ ਉਹਨਾਂ ਦੀ ਜ਼ਰੂਰਤ ਨਹੀਂ ਹੈ ਜਾਂ ਨਾਈਟ ਦੀ ਹੈ ਤਾਂ ਉਹਨੂੰ ਪਾਰਕ ਕੀਤਾ ਜਾਂਦਾ ਸੇਫਟੀ ਪਰਪਜ਼ ਲਈ। ਉਹਨੂੰ ਉਸੇ ਜਗ੍ਹਾ ਨੂੰ ਸੇਮ ਜੋ ਹੈ ਉਹ ਸ਼ਿਪਸ ਨੂੰ ਵੀ ਕੀਤਾ ਜਾਂਦਾ ਹੈ, ਤਾਂ ਸ਼ਿਪਸ ਨੂੰ ਕੀ ਕਿਹਾ ਜਾਂਦਾ, ਸ਼ਿਪਸ ਦੀ ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਹੈ? ਹਾਰਬਰ।
ਸੋ ਸ਼ਿਪਸ ਦੀ ਪਾਰਕਿੰਗ ਕੀ ਹੁੰਦੀ ਹੈ? ਹਾਰਬਰ। ਹੋਰ ਤੁਸੀਂ ਦੇਖਿਆ ਹੋਏਗਾ ਕਿ ਬੱਸ ਸਟੈਂਡ ਦੇ ਵਿੱਚ ਇੱਕ ਸਰਵਿਸ ਸਟੇਸ਼ਨ ਹੁੰਦਾ ਹੈ ਜਿੱਥੇ ਬੱਸਾਂ ਦੀ ਜੋ ਹੈ ਰਿਪੇਅਰ ਐਂਡ ਮੇਨਟੇਨੈਂਸ ਕੀਤੀ ਜਾਂਦੀ ਹੈ। ਸੇਮ ਸ਼ਿਪਸ 'ਤੇ ਵੀ ਹੁੰਦਾ ਜਿੱਥੇ ਰਿਪੇਅਰ ਐਂਡ ਮੇਨਟੇਨੈਂਸ ਹੁੰਦੀ ਹੈ, ਉਹਨੂੰ ਕਿਹਾ ਜਾਂਦਾ ਹੈ, ਕੀ ਕਹਿੰਦੇ ਕਿ ਉਹਨੂੰ, ਤੁਸੀਂ ਦੇਖ ਸਕਦੇ ਹੋ, ਡੋਕ। ਸੋ ਉਹਨੂੰ ਕਿਹਾ ਜਾਂਦਾ ਹੈ ਡੋਕ। ਸੋ ਕੀ ਇੱਥੇ 3 ਡੋਕ ਹੈ? ਸੋ ਇਹਦਾ ਆਨਸਰ ਅਗਰ ਆਪਾਂ ਦੇਖਾਂਗੇ, ਇਹਦਾ ਆਨਸਰ ਹੈ ਯੈਸ, ਦੋਨੋਂ ਹੀ ਆਪਸ਼ਨ ਜੋ ਹੈ ਇਹ ਸਹੀ ਹੈ। ਕਿਸ ਤਰ੍ਹਾਂ ਕਿ ਮੁੰਬਈ ਪੋਰਟ ਤੇ ਓਬਵੀਅਸ ਹੀ ਗੱਲ ਹੈ ਕਿ ਸਭ ਤੋਂ ਬਿਜ਼ੀ ਹੈ, ਸਭ ਤੋਂ ਲਾਰਜੈਸਟ ਹੈ, ਤੇ ਡਰਾਈ, ਲਿਕੁਇਡ, ਹਰ ਤਰ੍ਹਾਂ ਦਾ ਜੋ ਕਾਰਗੋ ਹੈ ਉਹ ਇੱਥੇ ਯੂਜ਼ ਕੀਤਾ ਜਾਂਦਾ ਹੈ। ਐਂਡ ਸੈਕਿੰਡ, ਮੁੰਬਈ ਪੋਰਟ ਦੇ ਜੋ ਡੋਕ ਹੈ ਉਹ 3 ਤਰ੍ਹਾਂ ਦੇ ਡੋਕ ਹੈ, ਪ੍ਰਿੰਸ, ਵਿਕਟੋਰੀਆ ਐਂਡ ਇੰਦਰਾ। ਸੋ ਤੁਸੀਂ ਯਾਦ ਰੱਖਣਾ ਹੈ ਮੁੰਬਈ ਪੋਰਟ ਦੀ ਪੂਰੀ ਡਿਟੇਲ ਕਿ ਮੁੰਬਈ ਪੋਰਟ ਇੰਡੀਆ ਦਾ ਲਾਰਜੈਸਟ ਪੋਰਟ ਹੈ ਜਿੱਥੇ ਡਰਾਈ, ਲਿਕੁਇਡ, each and every type of cargo is used, as well as it has 3 docks, that is Prince, Victoria and Indira. Next चलते हैं, which is the oldest artificial harbour on the east coast? ਆਰਟੀਫਿਸ਼ੀਅਲ ਹਾਰਬਰ ਔਨ ਦੀ ਈਸਟ ਕੋਸਟ। ਅਗਰ ਤੁਹਾਨੂੰ ਯਾਦ ਹੈ ਤਾਂ ਇਸ ਦਾ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਆ ਆਪਣਾ ਈਸਟ ਕੋਸਟ ਐਂਡ ਇਸ ਜਗ੍ਹਾ 'ਤੇ ਇੱਕ ਬੜਾ ਇੰਪੋਰਟੈਂਟ ਇੱਕ ਪੋਰਟ ਆਉਂਦਾ ਹੈ ਜੋ ਪੋਰਟ ਆਰਟੀਫਿਸ਼ੀਅਲ ਹਾਰਬਰ ਨਾਲ ਜਾਣਿਆ ਜਾਂਦਾ ਹੈ। ਸੋ ਇਸ ਕੁਐਸਚਨ 'ਤੇ ਜ਼ਿਆਦਾ ਨਹੀਂ ਜਾਵਾਂਗੇ ਕਿਉਂਕਿ ਆਪਾਂ ਪਹਿਲਾਂ ਹੀ ਕਰਕੇ ਆ ਚੁੱਕੇ ਹਾਂ। ਆਨਸਰ ਇਜ਼ ਚੇਨਈ ਪੋਰਟ। ਸੋ ਚੇਨਈ ਪੋਰਟ 'ਤੇ ਆਰਟੀਫਿਸ਼ੀਅਲ ਹਾਰਬਰ ਹੈ ਐਂਡ ਇਹ ਸਭ ਤੋਂ ਵੱਡਾ ਆਰਟੀਫਿਸ਼ੀਅਲ ਓਲਡੈਸਟ, ਸਭ ਤੋਂ ਪੁਰਾਣਾ ਜੋ ਹੈ ਉਹ ਓਲਡੈਸਟ ਹਾਰਬਰ ਇਸ ਜਗ੍ਹਾ 'ਤੇ ਹੈ। ਸੋ ਦਿਸ ਇਜ਼ ਚੇਨਈ ਪੋਰਟ। ਤੂਤੀਕੋਰਿਨ ਪੋਰਟ ਆਪਾਂ ਪੜ੍ਹ ਚੁੱਕੇ ਹਾਂ। ਪ੍ਰਾਦੀਪ ਪੋਰਟ ਇਜ਼ ਇਨ ਉੜੀਸਾ ਦੇ ਵਿੱਚ ਹੈ ਪ੍ਰਾਦੀਪ ਪੋਰਟ। ਐਂਡ ਹਲਦੀਆ ਇਜ਼ ਇਨ ਵੈਸਟ ਬੰਗਾਲ ਜਿਹਦਾ ਕਿ ਪਾਰਟ ਹੈ ਕੋਲਕਾਤਾ ਪੋਰਟ ਟਰਸਟ ਦਾ। ਨੈਕਸਟ, ਮੁਰਮੁਗਾਓ ਪੋਰਟ ਕਰਕੇ ਆ ਚੁੱਕੇ ਹਾਂ। ਮੁਰਮੁਗਾਓ ਪੋਰਟ ਇਜ਼ ਲੋਕੇਟਿਡ ਇਨ ਵਿਚ ਡਿਸਟ੍ਰਿਕਟ? ਦੱਸੋ ਮੁਰਮੁਗਾਓ ਪੋਰਟ, ਇਜ਼ ਇਟ ਮਹਾਰਾਸ਼ਟਰਾ, ਗੋਆ, ਕਰਨਾਟਕਾ ਔਰ ਤਮਿਲਨਾਡੂ? ਮੁਰਮੁਗਾਓ ਪੋਰਟ, ਜਿਵੇਂ ਕਿ ਤੁਹਾਨੂੰ ਪਤਾ ਹੈ, ਮੁਰਮੁਗਾਓ ਪੋਰਟ ਇਜ਼ ਔਨ ਦੀ ਕੋਂਕਣ ਕੋਸਟ। ਕੋਂਕਣ ਕੋਸਟ ਤੇ ਹੈ। ਕੋਂਕਣ ਕੋਸਟ ਕਿਹਨੂੰ ਮਿਲਾ ਕੇ ਬਣਦਾ ਹੈ? ਮਹਾਰਾਸ਼ਟਰ ਐਂਡ ਗੋਆ। ਐਂਡ ਮੁਰਮੁਗਾਓ ਪੋਰਟ ਇਜ਼ ਇਨ ਗੋਆ। ਸੋ ਗੋਆ ਤੁਸੀਂ ਦੇਖ ਸਕਦੇ ਹੋ ਮੁਰਮੁਗਾਓ ਪੋਰਟ, ਹਾਰਬਰ ਵੀ ਹੈ, ਬੀਚ ਵੀ ਹੈ, ਫੋਰਟ ਵੀ ਹੈ, ਕਰੂਜ਼ ਵੀ ਹੈ। ਸੋ ਇਹ ਸਾਰਾ ਦਿਖਾਇਆ ਗਿਆ ਹੈ ਗੋਆ ਬਾਰੇ। ਗੋਆ ਤਾਂ ਤੁਹਾਨੂੰ ਪਤਾ ਹੀ ਹੈ ਦੀ ਮੋਸਟ ਫ੍ਰੈਂਡਲੀ ਟੂਰਿਸਟ ਪੈਲੇਸ ਇਨ ਇੰਡੀਆ। ਸੋ ਮੁਰਮੁਗਾਓ ਪੋਰਟ ਜੋ ਹੈ ਉਹ ਤੁਸੀਂ ਯਾਦ ਰੱਖਣਾ ਹੈ। ਗੋਆ ਦੇ ਜੋ ਪੋਰਟ ਦਾ ਨਾਮ ਹੈ ਦੈਟ ਇਜ਼ ਮੁਰਮੁਗਾਓ ਪੋਰਟ। ਗੋਆ ਦੇ ਮੇਜਰ ਪੋਰਟ ਦਾ ਨਾਮ, ਇੱਕ ਗੋਆ ਪੋਰਟ ਵੀ ਹੈ ਜੋ ਕਿ ਮਾਈਨਰ ਪੋਰਟ ਹੈ, ਲੇਕਿਨ ਗੋਆ ਦੇ ਵਿੱਚ ਮੇਜਰ ਪੋਰਟ ਦੀ ਗੱਲ ਕਰੀਏ ਦੈਟ ਇਜ਼ ਮੁਰਮੁਗਾਓ ਪੋਰਟ। Next question number 7 on your screen. Which Indian port handles export of iron and aluminium to Southeast Asian countries? So ਐਜ਼ਾ ਕਿਹੜਾ ਇੰਡੀਆ ਦਾ ਪੋਰਟ ਹੈ ਜੋ ਸਪੈਸੀਫਿਕਲੀ ਜੋ ਆਇਰਨ ਐਂਡ ਐਲੂਮੀਨੀਅਮ ਨੂੰ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੇ ਵਿੱਚ ਸੈਂਡ ਕਰਦਾ ਹੈ? ਇਜ਼ ਇਟ ਵਾਈਜ਼ੈਗ ਪੋਰਟ, ਇਜ਼ ਇਟ ਮੁਰਮੁਗਾਓ ਪੋਰਟ, ਇਜ਼ ਇਟ ਕਾਂਡਲਾ ਪੋਰਟ ਐਂਡ ਇਜ਼ ਇਟ ਕੋਲਕਾਤਾ ਐਂਡ ਹਲਦੀਆ ਪੋਰਟ? ਹੁਣ ਤੁਸੀਂ ਦੇਖੋ ਇੱਥੇ ਆਪਾਂ ਆਪਦੇ ਉਹ ਫਾਰਮੂਲੇ ਨੂੰ ਲਗਾਉਂਦੇ ਹਾਂ ਜਿੱਥੇ ਮੈਂ ਕਿਹਾ ਵੀ ਤੁਸੀਂ ਰਿਜੈਕਟ ਕਰੋ ਕਿ ਕਿਹੜਾ ਆਪਸ਼ਨ ਨਹੀਂ ਹੋ ਸਕਦਾ ਅਗਰ ਤੁਹਾਨੂੰ ਇਹ ਕੁਐਸਚਨ ਨਹੀਂ ਆਉਂਦਾ। ਤੁਸੀਂ ਦੇਖੋ ਇਹਨਾਂ ਨੇ ਕਿਹਾ ਇਹ ਇੰਡੀਆ ਦਾ ਕੋਸਟਲ ਰੀਜਨ ਹੈ, ਇਹਨਾਂ ਨੇ ਗੱਲ ਕੀਤੀ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੀ। ਅਗਰ ਆਪਾਂ ਡਾਇਰੈਕਸ਼ਨਸ ਬਣਾਈਏ, ਆ ਨੌਰਥ, ਇਹ ਈਸਟ, ਆ ਸਾਊਥ, ਆ ਗੱਲ ਕੀਤੀ ਹੈ ਸਾਊਥ ਈਸਟ ਜੋ ਇੱਥੇ ਕੰਟਰੀਜ਼ ਹੈ, ਜੋ ਇਸ ਜਗ੍ਹਾ 'ਤੇ ਕੰਟਰੀਜ਼ ਹੈ। ਹੁਣ ਤੁਸੀਂ ਦੇਖੋ ਜੋ ਪੋਰਟ ਹੁੰਦੇ ਆ, ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕਿ ਮੁੰਬਈ ਪੋਰਟ ਸਭ ਤੋਂ ਬਿਜ਼ੀ ਪੋਰਟ ਕਿਉਂ ਹੈ, ਕਿਉਂਕਿ ਇਹ ਯੂਰਪ, ਇਸ ਜਗ੍ਹਾ 'ਤੇ ਯੂਰਪ ਆਉਂਦਾ ਹੈ, ਇਸ ਜਗ੍ਹਾ 'ਤੇ ਮਿਡਲ ਈਸਟ, ਇਸ ਜਗ੍ਹਾ 'ਤੇ ਨੌਰਥ ਅਮਰੀਕਾ ਆਉਂਦਾ ਹੈ, ਇਹ ਉਹਨਾਂ ਨੂੰ ਨਜ਼ਦੀਕ ਪੈਂਦਾ ਹੈ, ਤੋ ਉਹਨਾਂ ਨਾਲ ਹੀ ਆਪਣਾ ਜ਼ਿਆਦਾ ਵਪਾਰ ਹੁੰਦਾ ਹੈ, ਤੋ ਇਹ ਸਭ ਤੋਂ ਬਿਜ਼ੀ ਹੈ। ਹੁਣ ਤੁਸੀਂ ਦੇਖੋ ਗੱਲ ਕਰ ਰਹੇ ਹਾਂ ਆਪਾਂ ਇਸ ਡਾਇਰੈਕਸ਼ਨ ਦੀ। ਹੁਣ ਤੁਸੀਂ ਮੰਨ ਕੇ ਚੱਲੋ ਵੀ ਅਗਰ ਆਪਾਂ ਇਸ ਜਗ੍ਹਾ ਤੋਂ ਤਾਂ ਮੁਸ਼ਕਿਲ ਹੋ ਜਾਏਗਾ ਨਾ ਜਾਣਾ, ਜਾਂ ਇਸ ਜਗ੍ਹਾ ਤੋਂ ਵੀ ਮੁਸ਼ਕਿਲ ਹੈ ਜਾਣਾ। ਸੋ ਕੋਈ ਨਾ ਕੋਈ ਪੋਰਟ ਇਸ ਤਰ੍ਹਾਂ ਦਾ ਹੋਊਗਾ ਜੋ ਇੱਥੇ ਨਜ਼ਦੀਕ ਪੈ ਰਿਹਾ ਹੈ। ਸੋ ਤੁਸੀਂ ਦੇਖੋ ਵਾਈਜ਼ੈਗ ਪੋਰਟ ਹੋ ਸਕਦਾ ਹੈ, ਮੁਰਮੁਗਾਓ ਪੋਰਟ ਨਹੀਂ ਹੋ ਸਕਦਾ, ਕਾਂਡਲਾ ਪੋਰਟ ਨਹੀਂ ਹੋ ਸਕਦਾ, ਕੋਲਕਾਤਾ ਐਂਡ ਹਲਦੀਆ ਪੋਰਟ। ਸੋ ਇਹਦੇ ਤੁਹਾਨੂੰ 2 ਆਪਸ਼ਨ ਦਾ ਤੁਸੀਂ ਸਿੱਧੇ ਰਿਜੈਕਟ ਕਰ ਸਕਦੇ ਹੋ ਕਿ ਮੁਰਮੁਗਾਓ ਪੋਰਟ ਨਹੀਂ ਹੋ ਸਕਦਾ, ਕਾਂਡਲਾ ਪੋਰਟ ਨਹੀਂ ਹੋ ਸਕਦਾ। ਸੋ ਵਾਈਜ਼ੈਗ ਪੋਰਟ ਜਾਂ ਕੋਲਕਾਤਾ ਐਂਡ ਹਲਦੀਆ ਪੋਰਟ। ਸੋ ਇਹਦਾ ਆਨਸਰ ਹੈ
कोलकाता एंड हल्दिया पोर्ट। जो ये दो पोर्ट्स है ये आपकी लोकेशन करके इस जगह ते इन्हां दी लोकेशन है, इस लोकेशन तो ये साउथ ईस्ट जो एशियन कंट्रीज़ नूं ये जो मटीरीयल है खास करके आयरन एल्यूमीनियम इनू सेंड करते हैं। सो दिस इज़ कोलकाता एंड हल्दिया पोर्ट। वाइजैग, मुरमुगाऊ एंड कांडला ये तीनों ही वैस्ट को वाइजैग पोर्ट ਨੂੰ ਛੱਡ ਦਈਏ ਤਾਂ ਇਹ ਦੋਨੋਂ ਤਾਂ ਵੈਸਟ ਕੋਸਟ ਤੇ ਹੈ। ਸੋ ਆਪਾਂ ਇਹਨਾਂ ਨੂੰ ਆਊਟਲਾਈਟ ਹੀ ਰਿਜੈਕਟ ਕਰਤਾ ਐਂਡ ਦੀ ਆਨਸਰ ਵਿਲ ਬੀ ਕੋਲਕਾਤਾ ਐਂਡ ਹਲਦੀਆ ਪੋਰਟ। ਨੈਕਸਟ, प्रादीप पोर्ट इज़ लोकेटेड इन विच स्टेट। बहुत बारी ये क्वेश्चन आप नो डाउट आप पहला ही ऑप्शन की डिस्कस दे विच कर चुके हैं, लेकिन बहुत बारी ये क्वेश्चन एग्जामिनेशन दे विच आया है। प्रादीप पोर्ट दा आंसर की होएगा? इज इट इन महाराष्ट्र, वेस्ट बंगाल, गुजरात और उड़ीसा। सो प्रादीप पोर्ट की आप गल करिए, प्रादीप पोर्ट इज़ एट दी उत्कल कोस्ट। इस जगह पर जो उत्कल कोस्ट है, उड़ीसा कोस्ट जिन्होंने आप कह दें उस जगह पर है प्रादीप पोर्ट। एंड सो प्रादीप पोर्ट विल बी इन उड़ीसा। उड़ीसा का मैप दिखाया गया है। इज इट नॉर्थ कोस्टल उड़ीसा, दिस इज साउथ कोस्टल उड़ीसा। सो इस जगह पर पाया जाता है प्रादीप पोर्ट। नैक्सट, एनोर पोर्ट इज ऑल्सो नोन एज एनोर पोर्ट। सो एनोर पोर्ट की आप गल करिए, एनोर पोर्ट इज ए स्पैशल पोर्ट। चलो डिटेल मैं थोड़ा दसूँगा, बट उस तो पहला तुसी ऑप्शन देखो। इज इट अन्ना पोर्ट, इज इट कामाराजार पोर्ट, इज इट साउथ पोर्ट और चिदंबरम पोर्ट। ਕਿਹੜੀ ਜਗ੍ਹਾ ਦੀ ਆਪਾਂ ਗੱਲ ਕਰਾਂਗੇ ਜਿੱਥੇ ਐਨੋਰ ਪੋਰਟ ਨੂੰ ਦੂਸਰਾ ਨਾਮ ਕੀ ਕਿਹਾ ਜਾਂਦਾ ਹੈ? ਸੋ ਹੁਣ ਜੋ ਮੈਂ ਦੱਸ ਰਿਹਾ ਸੀ, ਐਨੋਰ ਪੋਰਟ ਇੱਕ ਸਪੈਸ਼ਲ ਪੋਰਟ ਹੈ। ਆਪਾਂ ਕਿਹਾ ਕਿ ਇੰਡੀਆ ਦੇ ਜਿੰਨੇ ਵੀ ਮੇਜਰ ਪੋਰਟਸ ਹੈ, ਜੋ 13 ਪੋਰਟ ਹੈ, 13 ਚੋਂ 12 ਉਹ ਪੋਰਟ ਹੈ ਜਿਨ੍ਹਾਂ ਦੀ ਜੋ ਅਗਰ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਜੋ ਮੈਨੇਜੀਅਲ ਜੋ ਹੈ ਉਹਨਾਂ ਦਾ ਕੰਟਰੋਲ ਕੌਣ ਕਰਦਾ ਹੈ, ਉਹ ਹੁੰਦਾ ਪੋਰਟ ਟਰਸਟ ਐਕਟ। ਪੋਰਟ ਟਰਸਟ ਐਕਟ 1963। बट सिर्फ इक्को एक ऐजा पोर्ट है दैट इज़ एनोर पोर्ट जिहड़ा कि कंपनीज़ एक्ट 1956 के तहत बने। कंपनीज़ एक्ट 1956 बनया सी 1999 दे विच। वो पोर्ट है एनोर पोर्ट इन तमिलनाडु, जिन्हों की किया जाता है कामाराजार पोर्ट। एनोर पोर्ट इज़ ऑल्सो नोन एज कामाराजार पोर्ट। दिस इज़ दी प्राइवेट कंपनी, नोट अ पोर्ट ट्रस्ट। ये एक प्राइवेट कंपनी है जो इस पोर्ट नू मैनेज करती है। सो ये एक कॉरपोरेट पोर्ट है इंडिया का, दैट इज़ एनोर पोर्ट। चाहे ये कॉरपोरेटराइज पोर्ट है, लेकिन फिर भी इनू 12th जो मेजर पोर्ट की संज्ञा दी जाती है। नैक्सट, पोर्ट ब्लेयर इज़ लोकेटेड। इत्थे एक टर्म आई सी चिदंबरम पोर्ट। सो चिदंबरम पोर्ट बारे भी इत्थे आपां हुणे डिस्कस करते हैं। 10th नंबर इज़ पोर्ट ब्लेयर इज़ लोकेटेड ऑन विच ऑफ द फॉलोइंग आयरलैंड। सो पोर्ट ब्लेयर, अगर तुसी टूरिस्ट हो, तुसी टूर करन दे इच्छुक हो या तुसी नवीं नवीं जगह जानन दी इच्छुक हो, तो तुसी पोर्ट ब्लेयर का नाम जरूर सुनिया होएगा कि बहुत एक टूरिस्ट प्लेस है। एज बीचीज आर देयर, सो समुंदर के किनारे। सो एक इंडिया का आयरलैंड है, एक किहड़ी जगह सिचुएटेड है? इज़ इट नॉर्थ अंडमान, इज़ इट साउथ अंडमान, इज़ इट निकोबार और इज़ इट मिडल अंडमान। सो इत्थों तक क्लीयर होंदा है कि ये है तो अंडोमान दे विच ही। सो पोर्ट ब्लेयर अगर तुहानूं याद है, पोर्ट ब्लेयर इज़ द कैपिटल ऑफ अंडोमान एंड निकोबार। सो द आंसर टू दिस क्वेश्चन इज़ साउथ अंडमान। ये साउथ अंडमान है। मैं तुहानूं क्यों कहा कि आपां चिदंबरम पोर्ट बारे भी डिस्कस करते हैं। ਜਦੋਂ ਆਪਾਂ पोर्ट ऑफ इंडिया डिस्कस किया, काफ़ी जਨਾਂ ਦੇ ਲੈਕਚਰ चलते वेले या कमेंट्स ਦੇ ਵਿੱਚ डाउट रहे कि सर पोर्ट ब्लेयर भी ਅਸੀਂ पढ़िया है। यस, पोर्ट ब्लेयर ਨੂੰ 2010 ਦੇ ਵਿੱਚ मेजर पोर्ट का दर्जा दिता। लेकिन दोस्तों मेजर पोर्ट का दर्जा मिल जाना परमानेंट नहीं रहिंदा, थ्रू आउट लाइफ नहीं रहिंदा, बल्कि मेजर पोर्ट जो है कई बारी बेस्ड ऑन बिजनस, बेस्ड ऑन एक्सपोर्ट इंपोर्ट के मामले चो जो रहिंदे है। सो पोर्ट ब्लेयर जो है इनू ड्यू टू इट्स लैस बिजनस इनू एक बार मेजर पोर्ट का दर्जा नहीं है। इनू इस टाइम जो 13 मेजर पोर्ट है उन्होंने एक बार ये नहीं आता, आ सकता है आने वाले टाइम के, लेकिन करंटली ये मेजर पोर्ट नहीं है। सो अंडोमान निकोबार की आप गल करिए तो अंडोमान निकोबार इस तरह का है। अंडोमान निकोबार इनू डिवाइड किया जाता है, उपर वाले पोर्शन में नॉर्थ अंडमान, नीचे वाले में साउथ अंडमान एंड विच वाले में मिडल अंडमान। सो जो पोर्ट ब्लेयर है वो इस जगह पर आता है। सो इट इज़ इन दी साउथ अंडमान। सो आफ्टर 10 क्वेश्चन तुम दस सकते हो कि थोड़े किन्ने क्वेश्चन सही होए है। सो कमेंट बॉक्स में लिख सकते हो, कंप्लीट तो तुम लिखना ही है। एंड वन थिंग मोर स्टूडेंट,
ਜਿਵੇਂ ਆਪਾਂ ਗੱਲ ਡਿਸਕਸ ਕੀਤੀ TPR ਦੀ, ਸੋ ਜਾਂ TRP ਦੀ, ਅਗਰ ਆਪਾਂ ਗੱਲ ਕਰੀਏ TRP ਦੀ ਗੱਲ ਕੀਤੀ, ਟੋਪਿਕ ਰਿਵੀਜ਼ਨ ਐਂਡ ਪ੍ਰੈਕਟਿਸ। ਸੋ ਜੋ ਲੈਕਚਰ ਆਪਾਂ MCQ ਦਾ ਲੈਕਚਰ ਲੈ ਕੇ ਆਉਂਦੇ ਆ, ਇਹ ਤੁਹਾਡੇ ਦੋਨੋਂ ਪਰਪਸ ਹੱਲ ਕਰਦਾ ਹੈ, ਕਿਉਂਕਿ ਲੈਕਚਰ ਦੇ ਵਿੱਚ ਆਪਾਂ ਟੋਪਿਕ ਦੀ ਡਿਟੇਲ ਪੜ੍ਹ ਲੈਂਦੇ ਆ, ਇਹਦੇ 'ਚ ਆਪਾਂ ਪ੍ਰੈਕਟਿਸ ਤਾਂ ਕਰ ਹੀ ਰਹੇ ਹਾਂ, ਪ੍ਰੈਕਟਿਸ ਦੇ ਨਾਲ ਨਾਲ ਓਪਸ਼ਨਸ ਨੂੰ ਡਿਸਕਸ ਕਰਦੇ ਹੋਏ ਆਪਾਂ ਰਿਵੀਜ਼ਨ ਵੀ ਕਰ ਰਹੇ ਹਾਂ। ਸੋ ਅਗਰ ਕਿਸੇ ਸਟੂਡੈਂਟ ਨੇ ਡਾਇਰੈਕਟਲੀ ਆਹ ਲੈਕਚਰ ਲਗਾ ਰਿਹਾ ਹੈ ਤਾਂ ਉਹ ਪ੍ਰੈਕਟਿਸ ਕਰ ਲਵੇ, ਨੋ ਡਾਊਟ, ਲੇਕਿਨ ਉਹਨੂੰ ਰਿਵੀਜ਼ਨ ਜਾਂ ਟੋਪਿਕ ਕਰਨ ਲਈ, ਰਿਵੀਜ਼ਨ ਹੋ ਰਹੀ ਹੈ ਲੇਕਿਨ ਟੋਪਿਕ ਕਰਨ ਲਈ ਉਹਨੂੰ ਮੇਨ ਜੋ ਹੈ ਉਹ ਕੁਐਸਚਨ ਦਾ ਜੋ ਟੋਪਿਕ ਹੈ ਉਹ ਦੇਖਣਾ ਪਏਗਾ। ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ, ਮੈਂ ਤਾਂ ਤੁਹਾਨੂੰ ਇਹ ਗੱਲ ਦੱਸੀ ਕਿ ਇਸ ਤਰ੍ਹਾਂ ਦੇ ਜੋ ਕੁਐਸਚਨ ਹੈ ਇਹਨਾਂ ਦੀ ਇੱਕ ਡਿਟੇਲ ਆਪਾਂ ਟੋਪਿਕ ਵਿੱਚ ਕਰ ਚੁੱਕੇ ਹਾਂ। ਸੋ 11th ਨੰਬਰ ਆਪਾਂ ਗੱਲ ਕਰੀਏ, ਨੇਮ ਦੀ ਸਟੇਟ ਡਿਵਾਈਡਿੰਗ ਇੰਡੀਆ ਐਂਡ ਸ਼੍ਰੀਲੰਕਾ। ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਉਸ ਸਟੇਟ ਮਤਲਬ ਵਾਟਰ ਬੋਡੀ, ਉਸ ਵਾਟਰ ਬੋਡੀ ਦਾ ਨਾਮ ਦੱਸੋ ਜੋ ਇੰਡੀਆ ਐਂਡ ਸ਼੍ਰੀਲੰਕਾ ਨੂੰ ਡਿਵਾਈਡ ਕਰਦੀ ਹੈ। Is it South state? Is it Pak state? Is it Bass state? Or it is Bering state? So take 5 seconds and tell me the answer. What will be the answer? The answer to this question will be Pak state. Pak. ਸੋ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਇੱਕ ਉੱਪਰ ਨੌਰਥ ਈਸਟ ਦੇ ਵਿੱਚ ਨੌਰਥ ਵੈਸਟ ਦੇ ਵਿੱਚ ਆਪਣੇ ਨਾਲ ਪਾਕਿਸਤਾਨ ਦੀ ਸੀਮਾ ਲੱਗਦੀ ਹੈ ਪਾਕ। ਸੋ ਇਹ PALK ਹੈ। ਸੋ ਤੁਸੀਂ ਯਾਦ ਰੱਖਣਾ ਹੈ ਕਿ ਨੀਚੇ ਵੀ ਜਦੋਂ ਆਪਾਂ ਸਾਊਥ ਈਸਟ ਦਾ ਵੱਲ ਆਉਂਦੇ ਹਾਂ ਤਾਂ ਉੱਥੇ ਵੀ ਇੱਕ ਪਾਲਕ ਕਹਿ ਦਿੰਦੇ ਲੇਕਿਨ ਪਾਕ ਕਹਿੰਦੇ ਹਨ, ਪਾਕ ਸਟੇਟ ਮੀਨਸ ਵਾਟਰ ਬੋਡੀ। ਆਹ ਤੁਹਾਨੂੰ ਦਿਖਾਇਆ ਗਿਆ, ਦਿਸ ਇਜ਼ ਦੀ ਪਾਲਕ ਬੇ। ਆ ਇੰਡੀਆ ਦਾ ਕੋਨਾ, ਇਸ ਜਗ੍ਹਾ 'ਤੇ ਰਾਮੇਸ਼ਵਰਮ, ਅਤੇ ਆ ਸ਼੍ਰੀਲੰਕਾ ਦਾ ਏਰੀਆ ਜਿੱਥੇ ਕਿ ਇੱਕ ਮੰਨਾਰ ਆਇਰਲੈਂਡ ਆਉਂਦਾ ਹੈ, ਮੰਨਾਰ। ਸੋ ਦੋਨਾਂ ਦੇ ਵਿਚਾਲੇ ਆ ਜਿਹੜੀ ਵਾਟਰ ਬੋਡੀ ਹੈ ਇਹਨੂੰ ਕਿਹਾ ਜਾਂਦਾ ਹੈ ਪਾਕ ਸਟੇਟ। ਇਹ ਐਗਜ਼ਾਮੀਨਰ ਦਾ ਫੇਵਰੇਟ ਕੁਐਸਚਨ ਹੈ, ਜਦੋਂ ਵੀ ਵਾਟਰ ਬੋਡੀ ਬਾਰੇ ਪੁੱਛਿਆ ਜਾਵੇ ਤਾਂ ਪਾਕ ਸਟੇਟ। ਇੱਕ ਹੋਰ ਫੇਵਰੇਟ ਕੁਐਸਚਨ ਹੈ ਜੋ ਅੱਗੇ ਜਾ ਕੇ ਤੁਹਾਨੂੰ ਪੁੱਛੂੰਗਾ ਮੈਂ, ਸੋ ਇਹ ਹੈ, ਉਹਦੇ ਬਾਰੇ ਆਪਾਂ ਹੋਰ ਡਿਟੇਲਸ ਡਿਸਕਸ ਕਰਾਂਗੇ। ਇੱਥੇ ਤੁਸੀਂ ਧਿਆਨ ਦਿਓ, ਇੱਥੇ ਰਾਮੇਸ਼ਵਰਮ ਵੀ ਆ ਰਿਹਾ ਹੈ, ਰਾਮੇਸ਼ਵਰਮ ਤੁਸੀਂ ਦੇਖਣਾ ਹੈ, ਧਨੁਸ਼ ਕੋੜੀ ਦੇਖਣਾ ਹੈ, ਐਂਡ ਦੈਨ ਐਡਮ ਬ੍ਰਿਜ ਤੋਂ ਬਾਅਦ ਮੰਨਾਰ ਆਇਰਲੈਂਡ, ਐਂਡ ਇਹ ਮੇਨਲੀ ਹੈ ਬਸ ਹੈ ਪਾਕ ਬੇ। ਸੋ ਇਹ 3-4 ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ। ਇਹ ਸਾਊਥ ਇੰਡੀਆ ਦੇ ਸ਼੍ਰੀਲੰਕਾ ਏਰੀਆ ਦੇ ਇਹ ਰੀਜ਼ਨਸ ਹੈਗੇ ਹੈ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ, ਵੈਨ ਡਿਡ ਦੀ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ IWAI, ਜਿਵੇਂ NHAI ਹੁੰਦਾ ਨਾ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਉਸੇ ਤਰ੍ਹਾਂ ਹੈ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਕੇਮ ਇਨਟੂ ਐਗਜ਼ਿਸਟੈਂਸ। ਕਦੋਂ ਬਣੀ ਇਹ IWAI, ਇਨਲੈਂਡ ਵਾਟਰਵੇ ਅਥਾਰਟੀ ਆਫ ਇੰਡੀਆ। ਸੋ 4 ਡੇਟਸ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ, ਇਹਨਾਂ ਚਾਰਾਂ 'ਚੋਂ ਦੱਸੋ ਕਿ IWAI ਦਾ ਨਿਰਮਾਣ ਕਿਹੜੀ ਤਰੀਕ ਨੂੰ ਹੋਇਆ, ਐਂਡ ਦੀ ਐਗਜ਼ੈਕਟ ਡੇਟ ਤੁਸੀਂ ਯਾਦ ਰੱਖਣੀ ਹੈ, ਦੈਟ ਇਜ਼ 27 October 1986. So this is the logo of IWAI. October 27 1986 ਨੂੰ IWAI ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ, ਇਹ ਉਹ ਅਥਾਰਟੀ ਹੈ ਜੋ ਜਿਸ ਤਰ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੈਸ਼ਨਲ ਹਾਈਵੇ ਬਣਾਉਂਦੀ ਹੈ, ਉਹਨਾਂ ਦਾ ਰੱਖ ਰਖਾਵ ਕਰਦੀ ਹੈ, ਉਸੇ ਤਰ੍ਹਾਂ ਨੈਸ਼ਨਲ ਜੋ ਹੈ ਆਪਣੀ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਜੋ ਇਨਲੈਂਡ ਵਾਟਰਵੇਜ਼ ਹੈ ਉਹਨਾਂ ਦਾ ਰੱਖ ਰਖਾਵ ਅਤੇ ਉਹਨਾਂ ਦੀ ਮੇਨਟੇਨੈਂਸ ਜਾਂ ਨਵੇਂ ਜੋ ਇਨਲੈਂਡ ਵਾਟਰਵੇ ਹੁੰਦੇ ਹੈ ਉਹਨਾਂ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਸੋ ਨੈਕਸਟ ਕੁਐਸਚਨ ਐਸੇ ਨਾਲ ਰਿਲੇਟ ਕਰਦਾ ਹੋਇਆ ਬਹੁਤ ਇੰਪੋਰਟੈਂਟ, ਵੇਅਰ ਇਜ਼ ਦੀ ਹੈਡ ਕੁਆਰਟਰ ਆਫ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ ਐਜ਼ ਕੰਪੇਅਰ ਟੂ ਰੇਲਵੇ, ਐਜ਼ ਕੰਪੇਅਰ ਟੂ ਨੈਸ਼ਨਲ ਹਾਈਵੇ ਆਫ ਇੰਡੀਆ। ਇਸ ਤਰ੍ਹਾਂ ਦੀ ਅਥਾਰਟੀ ਨਿਊ ਹੈ। ਸੋ ਇੱਦਾਂ ਦੇ ਕੁਐਸਚਨ ਪੁੱਛ ਲਏ ਜਾਂਦੇ ਆ ਕਿ ਉਹ ਕਦੋਂ ਉਹਦਾ ਨਿਰਮਾਣ ਹੋਇਆ, ਕਿ ਕਿੱਥੇ ਉਹਦਾ ਹੈੱਡ ਕੁਆਰਟਰ ਹੈ, ਕਿਹੜੇ ਐਕਟ 'ਤੇ ਉਹ ਕੰਮ ਕਰਦੀ ਹੈ। ਸੋ ਇਹਦਾ ਹੈੱਡ ਕੁਆਰਟਰ ਅਗਰ ਆਪਾਂ ਗੱਲ ਕਰੀਏ, ਵੇਅਰ ਇਜ਼ ਦੀ ਹੈੱਡ ਕੁਆਰਟਰ, ਇਜ਼ ਇਟ ਕੋਲਕਾਤਾ, ਇਜ਼ ਇਟ ਨਿਊ ਦਿੱਲੀ, is it Noida, or is it Mumbai? So tell me the answer. The answer will be in Noida. ਇੱਥੇ ਆਫਿਸ ਵੀ ਦਿਖਾ ਰੱਖਿਆ ਤੁਹਾਨੂੰ ਇਹਨਾਂ ਦਾ, ਨੋਇਡਾ ਦੇ ਵਿੱਚ ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ। ਨੈਕਸਟ, ਐਜ਼ ਪਰ ਨੈਸ਼ਨਲ ਵਾਟਰਵੇਜ਼ ਐਕਟ 2016 ਹਾਊ ਮੈਨੀ ਨੈਸ਼ਨਲ ਵਾਟਰਵੇਜ਼ ਡਜ਼ ਇੰਡੀਆ ਹੈਵ? ਸੋ ਨੈਸ਼ਨਲ ਵਾਟਰਵੇਜ਼ ਐਕਟ 2016 ਇਸ ਦੇ ਬੇਸ 'ਤੇ ਇੰਡੀਆ ਦੇ ਵਿੱਚ ਨੈਸ਼ਨਲ ਵਾਟਰਵੇਜ਼ NH ਹੁੰਦਾ ਨਾ ਨੈਸ਼ਨਲ ਹਾਈਵੇ, NW ਇੰਡੀਆ ਦੇ ਵਿੱਚ ਕਿੰਨੇ ਹੈ ਐਜ਼ ਪਰ ਐਕਟ 2016? ਸੋ ਜਿਵੇਂ ਤੁਸੀਂ ਜਾਣਦੇ ਹੋ, ਇਸ ਤੋਂ ਪਹਿਲਾਂ ਸੀ 5,
ਇਸ ਐਕਟ ਦੇ ਵਿੱਚ ਹੋਰ ਦਿੱਤੇ ਗਏ 106। ਸੋ ਦੀ ਰਾਈਟ ਆਂਸਰ ਟੂ ਦਿਸ ਕੁਐਸਚਨ ਵਿਲ ਬੀ 111। 5 ਪਹਿਲਾਂ ਸੀ, 111 106 ਇਸ ਐਕਟ ਦੇ ਤਹਿਤ ਨਿਊ ਜੋ ਹੈ ਉਹ ਡਿਸਾਈਡ ਕੀਤੇ ਗਏ। ਟੋਟਲ ਇਸ ਟਾਈਮ ਹੈ 111, ਲੇਕਿਨ ਅਗਰ ਆਪਾਂ ਐਗਜ਼ੈਕਟ ਵਰਕਿੰਗ ਦੀ ਗੱਲ ਕਰੀਏ ਤਾਂ ਉਹ 6 ਦੇ ਕਰੀਬ ਹੋ ਸਕਦੇ ਆ, ਜਿਹੜੇ 6 ਦੇ 6 ਆਪਾਂ ਲੈਕਚਰ ਨੰਬਰ 6 ਦੇ ਵਿੱਚ ਡਿਸਕਸ ਕੀਤੇ ਸੀ। ਸੋ ਨੈਕਸਟ ਕੁਐਸਚਨ, ਚਲੋ ਨੈਕਸਟ ਕੁਐਸਚਨ ਐਸੇ ਨਾਲ ਰਿਲੇਟ ਕਰਦਾ ਹੋਇਆ ਆ ਗਿਆ, ਸੋ ਇੱਥੇ ਆਪਾਂ ਡਿਸਕਸ ਕਰ ਸਕਦੇ ਹਾਂ। ਸੋ ਦੀ ਨੈਕਸਟ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਆਰ ਕਰੈਕਟਲੀ ਮੈਚਡ। ਨੈਸ਼ਨਲ ਵਾਟਰਵੇ 1 ਇਲਾਹਾਬਾਦ ਟੂ ਹਲਦੀਆ, ਨੈਸ਼ਨਲ ਵਾਟਰਵੇ 2 ਕਾकीनाडा टू ਪੌਂਡੀਚੇਰੀ, ਨੈਸ਼ਨਲ ਵਾਟਰਵੇ 3 ਕੋਟਾਪੁਰਮ ਕੋਲਮ ਸਟ੍ਰੈਚ, ਨੈਸ਼ਨਲ ਵਾਟਰਵੇ 4 ਸਾਦੀਆ ਟੂ ਡੂਬਰੀ ਸਟ੍ਰੈਚ। ਸੋ ਤੁਸੀਂ ਇਹਦੇ 'ਚ 10 to 15 ਸੈਕਿੰਡ ਲਓ, ਇਸ ਚੀਜ਼ ਨੂੰ ਸਮਝੋ ਕਿ ਕੀ ਹੋ ਸਕਦਾ ਹੈ ਇਹਦਾ ਆਨਸਰ। ਸੋ ਦੀ ਰਾਈਟ ਆਨਸਰ ਟੂ ਦਿਸ ਕੁਐਸਚਨ ਵਿਲ ਬੀ, ਜਾਂ ਅਗਰ ਆਪਾਂ ਇੱਥੇ ਗੱਲ ਕਰੀਏ ਸਭ ਤੋਂ ਪਹਿਲਾਂ ਨੈਸ਼ਨਲ ਵਾਟਰਵੇ 1 ਇਜ਼ ਇਟ ਇਲਾਹਾਬਾਦ ਟੂ ਹਲਦੀਆ? ਯੈਸ ਇਟ ਇਜ਼। ਨੈਸ਼ਨਲ ਵਾਟਰਵੇ 2 ਇਜ਼ ਇਟ ਕਾकीनाडा ਟੂ ਪੌਂਡੀਚੇਰੀ? ਆਈ ਥਿੰਕ ਨੋ। ਨੈਸ਼ਨਲ ਵਾਟਰਵੇ 2 ਤਾਂ ਆਪਾਂ ਅਸਮ ਦੇ ਵਿੱਚ ਕੀਤਾ ਸੀ, ਜੋ ਡੂਬਰੀ ਸਦੀਆ ਨੂੰ ਮਿਲਾਉਂਦਾ ਹੈ। ਇਜ਼ ਨੈਸ਼ਨਲ ਵਾਟਰਵੇ 3 ਕੋਟਾਪੁਰਮ ਕੋਲਮ ਕੇਰਲਾ ਦੇ ਵਿੱਚ? ਯੈਸ ਇਟ ਇਜ਼ ਟਰੂ। ਸੋ ਨੈਸ਼ਨਲ ਵਾਟਰਵੇ 4 ਸਾਡੀਆ ਡੂਬਰੀ? ਨੋ, ਆਪਾਂ ਹੁਣੇ ਡਿਸਕਸ ਕੀਤਾ ਕਿ ਸਾਦੀਆ ਡੂਬਰੀ ਵਾਲਾ ਤਾਂ ਨੈਸ਼ਨਲ ਵਾਟਰਵੇ 2 ਸੀਗਾ। ਸੋ ਦੀ ਰਾਈਟ ਆਨਸਰ ਇਜ਼ 1 and 3। 1 ਓਕੇ ਹੈ ਐਂਡ 3 ਓਕੇ ਹੈ ਇਹਦੇ ਵਿੱਚ। ਸੋ ਆਪਾਂ ਜੋ 6 ਦੇ 6 ਆਪਾਂ ਨੈਸ਼ਨਲ ਵਾਟਰਵੇ 6 ਕੀਤੇ ਸੀ, ਸੋ ਤੁਸੀਂ ਇੱਥੇ ਦੁਬਾਰਾ ਇਹਨੂੰ ਰਿਵਾਈਜ਼ ਕਰ ਸਕਦੇ ਹੋ। ਨੈਸ਼ਨਲ ਵਾਟਰਵੇ 1 2 3 ਇਹ ਕਿਸ ਤਰ੍ਹਾਂ ਦੇ ਅਤੇ ਕਿਹੜੀਆਂ ਰਿਵਰਸ ਤੇ ਕਿੰਨੇ ਕਿਲੋਮੀਟਰ ਦੇ ਇਹ ਨੈਸ਼ਨਲ ਵਾਟਰਵੇ ਹੈਗੇ ਹੈ, ਇਹ ਆਪਾਂ ਡਿਟੇਲ 'ਚ ਡਿਸਕਸ ਕਰਕੇ ਆ ਚੁੱਕੇ ਹਾਂ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਨਲੈਂਡ ਰਿਵਰਾਈਨ ਪੋਰਟ? ਵੈਰੀ ਇੰਪੋਰਟੈਂਟ। ਇਹਨਾਂ ਚਾਰਾਂ ਚੋਂ ਕੋਲਕਾਤਾ ਪੋਰਟ, ਪਾਰਾਦੀਪ ਪੋਰਟ, ਵਾਈਜ਼ੈਗ ਪੋਰਟ ਐਂਡ ਕੋਚੀ ਪੋਰਟ, ਵਿਚ ਪੋਰਟ ਇਜ਼ ਰਿਵਰਾਈਨ ਪੋਰਟ? ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰਿਵਰਾਈਨ ਪੋਰਟ ਕੀ ਹੁੰਦਾ ਹੈ। ਆਪਾਂ ਗੱਲ ਕੀਤੀ ਸੀ ਕਿ ਇਹ ਇੰਡੀਆ ਦਾ ਕੋਸਟਲ ਜ਼ੋਨ ਹੈ, ਆਹ ਸਾਰਾ ਸਮੁੰਦਰ ਹੈ। ਸਮੁੰਦਰ ਦੇ ਕਿਨਾਰੇ 'ਤੇ ਪੋਰਟ ਹੁੰਦੇ ਹੈ, ਇਹ ਜ਼ਰੂਰੀ ਨਹੀਂ ਹੈ। ਕਈ ਵਾਰੀ ਕੀ ਹੁੰਦਾ ਹੈ, ਆਪਾਂ ਇਨਲੈਂਡ ਰਿਵਰਸ ਵੀ ਨਾਲ ਕੀਤੀਆਂ। ਕਈ ਵਾਰੀ ਕੀ ਹੈ, ਜਿਵੇਂ ਅਗਰ ਆਪਾਂ ਕੋਲਕਾਤਾ ਪੋਰਟ ਦੀ ਹੀ ਗੱਲ ਕਰੀਏ, ਚਲੋ ਮੈਂ ਤੁਹਾਨੂੰ ਆਨਸਰ ਵੀ ਦੱਸ ਦੇਣਾ, ਇਹਦਾ ਕੋਲਕਾਤਾ ਆਨਸਰ ਹੈ ਇਹਦਾ। ਕੋਲਕਾਤਾ ਪੋਰਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੋਲਕਾਤਾ ਪੋਰਟ ਬਿਲਕੁਲ ਸਮੁੰਦਰ 'ਤੇ ਨਾ ਹੋ ਕੇ ਇਹ ਹੁਗਲੀ ਨਦੀ 'ਤੇ ਹੈ। ਐਂਡ ਹੁਗਲੀ ਨਦੀ ਕੀ ਕਰਦੀ ਹੈ, ਆ ਮੰਨ ਲਓ ਈਸਟ ਕੋਸਟ ਹੈ ਆਪਣਾ, ਆ ਈਸਟ ਕੋਸਟ, ਐਂਡ ਜੋ ਪੋਰਟ ਇਸ ਜਗ੍ਹਾ 'ਤੇ ਨਾ ਹੋ ਕੇ ਇਹ ਅੰਦਰ ਹੈ ਇਸ ਜਗ੍ਹਾ 'ਤੇ, ਐਂਡ ਸਮੁੰਦਰ ਤੋਂ ਲੈ ਕੇ ਇੱਥੋਂ ਤੱਕ ਕੀ ਜਾਂਦਾ ਹੈ, ਹੁਗਲੀ ਨਦੀ। ਸੋ ਜੋ ਸਮੁੰਦਰੀ ਜੋ ਸ਼ਿਪਸ ਹੈ ਉਹ ਇਸ ਤਰ੍ਹਾਂ ਹੁਗਲੀ ਨਦੀ ਜਾਂਦੀ ਹੈ, ਹੁਗਲੀ ਇਸ ਜਗ੍ਹਾ ਤੋਂ ਸ਼ਿਪਸ ਜਾਂਦੇ ਹੈ, ਐਂਡ ਇਸ ਜਗ੍ਹਾ ਤੋਂ ਵਾਪਿਸ ਆ ਕੇ ਉਹ ਇਸ ਤਰ੍ਹਾਂ ਸਮੁੰਦਰ 'ਚੋਂ ਫਰਦਰ ਜੋ ਹੈ ਉਹ ਮੂਵ ਕਰਦੇ ਆ। ਤਾਂ ਹੀ ਆਪਾਂ ਡਿਸਕਸ ਕੀਤਾ ਸੀ ਕਿ ਇਸ ਜਗ੍ਹਾ 'ਤੇ ਕਾਫੀ ਸਿਲਟ ਵਗੈਰਾ ਦਾ ਇਸ਼ੂ ਆ ਜਾਂਦਾ ਹੈ। ਸਿਲਟ ਜੋ ਮਿੱਟੀ ਵਗੈਰਾ ਇਕੱਠੀ ਹੋ ਜਾਂਦੀ ਹੈ, ਉਹਦਾ ਇਸ਼ੂ ਆ ਜਾਂਦਾ ਹੈ, ਜਿਹਨੂੰ ਕਿ ਗੰਗਾ ਨਦੀ ਜਾਂ ਸਮੁੰਦਰ 'ਚੋਂ ਹੋਰ ਜ਼ਿਆਦਾ ਵਾਟਰ ਛੱਡ ਕੇ ਸੋ ਉਹਨੂੰ ਸੋਲਵ ਕੀਤਾ ਜਾਂਦਾ ਵੀ। ਕਈ ਵਾਰੀ ਜਹਾਜ਼ ਜੋ ਹੈ ਉਹ ਫਸ ਜਾਂਦਾ ਹੈ ਨਦੀ ਦੇ ਉਸ ਜਗ੍ਹਾ 'ਤੇ, ਸੋ ਉਹਨੂੰ ਸਿਲਟ ਇਸ਼ੂ ਕਹਿੰਦੇ ਆ, ਹੁਗਲੀ ਰਿਵਰ। ਸੋ ਇੰਡੀਆ ਦਾ ਕੋਲਕਾਤਾ ਪੋਰਟ ਜੋ ਹੈ ਇਹ ਰਿਵਰਾਈਨ ਪੋਰਟ ਹੈ। ਇਹਦੇ ਨਾਲ ਹਲਦੀਆ ਪੋਰਟ ਓਬਵੀਅਸਲੀ ਜੋ ਰਿਵਰਾਈਨ ਹੋ ਗਿਆ ਕਿਉਂਕਿ ਉਹ ਐਸੇ ਦਾ ਹੀ ਪਾਰਟ ਹੈ। ਸੈਕਿੰਡ, ਹਾਊ ਮੈਨੀ ਸਟੇਟਸ ਆਫ ਇੰਡੀਆ ਹੈਵ ਸੀ ਸ਼ੋਰ? ਵੈਰੀ ਇੰਪੋਰਟੈਂਟ ਕਿ ਇੰਡੀਆ ਦੀ ਕੋਸਟਲ ਜ਼ੋਨਸ ਦੀ ਆਪਾਂ ਗੱਲ ਕੀਤੀ ਸੀ, ਕਿੰਨੀਆਂ ਸਟੇਟਸ ਹੈ ਜਿਨ੍ਹਾਂ ਦਾ ਕਿਨਾਰਾ ਜੋ ਹੈ ਉਹ ਸਮੁੰਦਰ ਨਾਲ ਲੱਗਦਾ ਹੈ। ਹਾਊ ਮੈਨੀ ਸਟੇਟਸ ਆਫ ਇੰਡੀਆ ਹੈਵ ਸੀ ਸ਼ੋਰ? ਇਜ਼ ਇਟ 7, ਇਜ਼ ਇਟ 8, ਇਜ਼ ਇਟ 9 ਔਰ ਇਜ਼ ਇਟ 6? 6 7 8 9। ਦੀ ਰਾਈਟ ਆਨਸਰ ਟੂ ਦਿਸ ਕੁਐਸਚਨ ਇਜ਼ 9 ਸਟੇਟ। ਆਪਾਂ ਕੀਤਾ ਸੀ 9 ਸਟੇਟ ਐਂਡ 4 ਯੂਨੀਅਨ ਟੈਰੀਟਰੀ। ਸੋ 9 ਸਟੇਟ ਅਗਰ ਆਪਾਂ ਗੱਲ ਕਰੀਏ, ਆਪਾਂ ਗਿਣ ਵੀ ਲੈਂਦੇ ਹਾਂ। ਸਭ ਤੋਂ ਪਹਿਲਾਂ ਗੁਜਰਾਤ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੈਸਟ ਕੋਸਟ ਦੀ, ਤੁਸੀਂ ਗਿਣਦੇ ਜਾਓ, ਗੁਜਰਾਤ, ਦੈਨ ਮਹਾਰਾਸ਼ਟਰਾ, ਦੈਨ ਗੋਆ, ਦੈਨ ਕਰਨਾਟਕਾ ਐਂਡ ਕੇਰਲਾ। ਸੋ ਇਸ ਜਗ੍ਹਾ 'ਤੇ ਹੋ ਗਏ 5। ਇੱਧਰੋਂ ਆਪਾਂ ਚੱਲਦੇ ਹਾਂ ਕੋਰੋਮੰਡਲ ਕੋਸਟ, ਦੈਟ ਇਜ਼ ਤਮਿਲਨਾਡੂ, ਦੈਨ ਆਂਧਰਾ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੋਂ ਬਾਅਦ ਉੜੀਸਾ ਐਂਡ ਵੈਸਟ ਬੰਗਾਲ। ਸੋ ਇਸ ਜਗ੍ਹਾ 'ਤੇ 4, 5 + 4 is equal to 9. 9 states are there and 4 union territories are there. Next,
which separates the mainland of India from ਰਾਮੇਸ਼ਵਰਮ ਆਇਰਲੈਂਡ। ਸੋ ਆਪਾਂ ਇੰਡੀਆ ਸ਼੍ਰੀਲੰਕਾ ਦੀ ਵਾਟਰ ਬੋਡੀ ਦੀ ਗੱਲ ਕੀਤੀ ਸੀ। ਸੋ ਇੱਥੇ ਇੱਕ ਪੁੱਛ ਰਿਹਾ ਹੈ ਕਿ ਇੰਡੀਆ ਦੇ ਮੇਨਲੈਂਡ ਨੂੰ ਰਾਮੇਸ਼ਵਰ ਆਇਰਲੈਂਡ ਨਾਲ, ਰਾਮੇਸ਼ਵਰਮ ਇੱਕ ਆਪਾਂ ਟੈਂਪਲਸ ਵੇਲੇ ਵੀ ਕੀਤਾ ਸੀਗਾ, ਰਾਮਾਨਾਥਾ ਸਵਾਮੀ ਮੰਦਿਰ ਦੈਟ ਇਜ਼ ਇਨ ਰਾਮੇਸ਼ਵਰਮ, ਸ਼ਿਵ ਮੰਦਿਰ ਹੈ ਉੱਥੇ ਇੱਕ। ਸੋ ਇਹ ਉਹੀ ਜਗ੍ਹਾ ਹੈ ਜਿੱਥੇ ਰਾਮਾਇਣ ਦੇ ਅਨੁਸਾਰ ਰਾਮ ਜੀ ਨੇ ਪੁਲ ਜੋ ਹੈ ਉਹਦੀ ਸ਼ੁਰੂਆਤ ਕੀਤੀ ਸੀ ਐਂਡ ਪੁਲ ਬਣਿਆ ਸੀ ਸ਼੍ਰੀਲੰਕਾ ਲਈ। ਸੋ ਇੰਡੀਆ ਦੇ ਮੇਨਲੈਂਡ ਨੂੰ ਰਾਮੇਸ਼ਵਰਮ ਆਇਰਲੈਂਡ ਨਾਲ ਕਿਹੜੀ ਵਾਟਰ ਬੋਡੀ ਸੈਪਰੇਟ ਕਰਦੀ ਹੈ? ਸੋ ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਦੇਖੋਗੇ ਤਾਂ ਤੁਸੀਂ ਇਹਦਾ ਵੀ ਆਨਸਰ ਪਾਕ ਸਟੇਟ ਲਗਾ ਸਕਦੇ ਹੋ, ਲੇਕਿਨ ਧਿਆਨ ਨਾਲ ਸਮਝੋ ਪਾਕ ਸਟੇਟ ਹੈ ਜਾਂ ਪੈਂਬਨ ਸਟੇਟ ਹੈ ਜਾਂ 10 ਡਿਗਰੀ ਚੈਨਲ ਹੈ ਜਾਂ 9 ਡਿਗਰੀ ਚੈਨਲ ਹੈ। ਸੋ ਇਹਦਾ ਆਨਸਰ ਜੋ ਹੈ ਰਾਈਟ ਆਨਸਰ ਟੂ ਦਿਸ ਇਜ਼ ਪੈਂਬਨ ਚੈਨਲ। ਸੋ ਆ ਬੜਾ ਹੀ ਫੇਮਸ ਇੱਕ ਇੰਡੀਆ ਦਾ ਆ ਰੇਲ ਰੂਟ ਹੈ। ਕਹਿੰਦੇ ਆ ਕਿ ਇਸ ਜਗ੍ਹਾ 'ਤੇ ਜਾਣ ਨਾਲ ਜੋ ਹੈ ਕਾਫੀ ਮਤਲਬ ਮਨਮੋਹਕ ਦ੍ਰਿਸ਼ ਹੈ ਕਿ 10-12 ਕਿਲੋਮੀਟਰ ਜੋ ਟ੍ਰੇਨ ਹੈ ਟੋਟਲੀ ਸਮੁੰਦਰ ਦੇ ਵਿੱਚ ਰਹਿੰਦੀ ਹੈ। ਸੋ ਦਿਸ ਇਜ਼ ਪੈਂਬਨ ਚੈਨਲ, ਇਹਨਾਂ ਨੂੰ ਪੈਂਬਨ ਪੁਲ ਹੀ ਕਹਿੰਦੇ ਆ, ਪੰਬਨ ਪੁਲ ਕਹਿ ਦਿੰਦੇ ਆ। ਸੋ ਦਿਸ ਇਜ਼ ਪੰਬਨ ਚੈਨਲ ਔਰ ਪੰਬਨ ਪੁਲ ਦੈਟ ਇਜ਼ ਸੈਪਰੇਟ ਮੇਨਲੈਂਡ ਆਫ ਇੰਡੀਆ ਵਿਦ ਰਾਮੇਸ਼ਵਰਮ ਆਇਰਲੈਂਡ। ਸੋ ਰਾਮੇਸ਼ਵਰਮ ਆਇਰਲੈਂਡ ਬਾਰੇ ਜਦੋਂ ਵੀ ਆਪਾਂ ਗੱਲ ਕਰਾਂਗੇ ਤਾਂ ਆਪਾਂ ਗੱਲ ਕਰਾਂਗੇ ਪੰਬਨ ਚੈਨਲ ਦੀ। ਨੈਕਸਟ, ਜੋਗ ਫਾਲ ਇਜ਼ ਸਿਚੁਏਟਿਡ ਔਨ ਵਿਚ ਰਿਵਰ। ਸੋ ਜਦੋਂ ਆਪਾਂ 6th ਐਂਡ 7th ਲੈਕਚਰ ਕੀਤਾ ਸੀ ਤਾਂ ਕਾਫੀ ਚੀਜ਼ਾਂ ਮੈਂ ਤੁਹਾਨੂੰ ਬੋਲ ਕੇ ਡਿਸਕਸ ਕੀਤੀਆਂ ਸੀ। ਉਹਨਾਂ ਚੀਜ਼ਾਂ ਦਾ ਆਪਾਂ ਇੱਥੇ ਕੁਐਸਚਨਸ ਦੇ ਰੂਪ 'ਚ ਵੀ ਮੈਂ ਤੁਹਾਨੂੰ ਪੁੱਛ ਰਿਹਾ, ਕਿਉਂਕਿ ਇਹ ਕੁਐਸਚਨ ਬੜੇ ਇੰਪੋਰਟੈਂਟ ਹੋ ਜਾਂਦੇ ਆ ਜਿਓਗ੍ਰਾਫੀ ਪੁਆਇੰਟ ਆਫ ਵਿਊ। ਅੱਜ ਦਾ ਜਿਹੜਾ ਟੋਪਿਕ ਹੈ ਇਹ ਜਿਓਗ੍ਰਾਫੀ ਦੇ ਵਿੱਚ ਆਉਂਦਾ ਹੈ। ਸੋ ਜੋਗ ਫਾਲ ਇਜ਼ ਸਿਚੁਏਟਿਡ ਔਨ ਵਿਚ ਰਿਵਰ? ਇਜ਼ ਇਟ ਕਾਵੇਰੀ, ਇਜ਼ ਇਟ ਨਰਮਦਾ, ਇਜ਼ ਇਟ ਸ਼ਰਾਵਤੀ ਔਰ ਚੰਬਲ? ਸੋ ਦੀ ਰਾਈਟ ਆਂਸਰ ਤੁਹਾਨੂੰ ਪਤਾ ਹੈ ਜੋਗ ਫਾਲ ਜੋ ਹੈ ਇਟ ਇਜ਼ ਇਨ ਦੀ ਕਰਨਾਟਕਾ। ਆ ਸਾਹਮਣੇ ਥੋੜੇ ਜੋਗ ਫਾਲ ਦਿਖਾਇਆ ਹੋਇਆ ਹੈ, ਦਿਸ ਇਜ਼ ਇਨ ਕਰਨਾਟਕਾ ਐਂਡ ਦੀ ਰਿਵਰ ਇਜ਼ ਸ਼ਰਾਵਤੀ ਰਿਵਰ ਹੈ। ਐਂਡ ਜੋਗ ਫਾਲ ਬਾਰੇ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ, ਇਜ਼ ਇਟ ਔਨ ਦੀ ਸ਼ਰਾਵਤੀ ਰਿਵਰ ਐਂਡ ਇਟ ਇਜ਼ ਦੀ ਸੈਕਿੰਡ ਹਾਈਐਸਟ जो फॉल है इन इंडिया, जिनकी की ऊंचाई है 253 मीटर। सो अगर ये सेकंड हाईएस्ट है, सो हाईएस्ट वाटरफॉल केड़ा है इंडिया दे विच, वो है नोहकली काई फॉल्स। इट इज़ इन मेघालय एंड दी हाइट जिन्नी है 335 मीटर। मेघालय दे विच एक वाटरफॉल है नोहकली काई वो अपना इंडिया का टॉप हाईएस्ट जो वाटरफॉल है, लेकिन सेकंड हाईएस्ट है जोग फॉल विच इज़ इन शरावती रिवर, ऑन दी शरावती रिवर एंड दी हाइट इज़ 253 मीटर। नैक्सट आप गल करिए, विच ऑफ द फॉलोइंग रिवर डज नॉट फॉर्म ईस्चुरी? ये भी मैं थोड़ा काफ़ी समझाया पिछले दो लैक्चर्स दे विच कि ईस्चुरी की हुंदा है एंड डेल्टा की हुंदा है। सो इज इट नर्मदा, इज इट तापी, इज इट मंडोवी और इज इट महानदी? सो द राइट आंसर टू दिस क्वेश्चन विल बी ओबवियसली महानदी। मैं इन्हू कहूँगा ओबवियसली महानदी, क्योंकि आप गल की सी आ कोस्ट है जो नदियाँ ईस्ट वैस्ट कोस्ट से आंदियाँ वो बनादियाँ ईस्चुरी, एंड जो नदियाँ अपनियाँ ईस्ट कोस्ट से है वो मोस्टली बनादियाँ डेल्टा। सो ईस्चुरी की हुंदा है, डेल्टा की हुंदा है, ये मैं थोनों करा के आ चुकिया, लेकिन थोनों इत्थों देख सकते हो तुसीं ईस्चुरी की हुंदी है कि जदों नदी बिना फैले समुंदर च मिल जाती है तो उस जगह पर ईस्चुरी बनती है। एंड इस तरह की उत्थे डिफरेंट जो फ्लोरा एंड फ्योना उत्थे स्पैशली फ्लोरा उत्थे उस जगह पर हैपन होंदी है। सो दिस इज़ ईस्चुरी। सो दी आंसर किमें आएगा, क्योंकि ये तीनों नदियाँ नर्मदा, तापी, मंडोवी, ठीक है, नर्मदा मेनली गुजरात मध्य प्रदेश के विच है, तापी गुजरात दी मेनली आ जाती है, मंडोवी गोवा। सो ये तीनों आ जाती हैं वैस्ट कोस्ट दी रिवर, महानदी आ जाती है ईस्ट कोस्ट की। सो ओबवियस आंसर विल बी महानदी। Next, which one of the following coast of India is most affected by violent tropical cyclone? इस तरह का केड़ा कोस्ट है इंडिया का जिस जगह ते बहुत ज़्यादा वॉयलेंट बहुत ज़्यादा हैवी ट्रोपिकल साइक्लोन आते हैं? सो बेस्ड ऑन पास्ट जो है पास्ट फ्यू ईयर्स ये इनका जो आंसर है दैट इज़ आंध्रा कोस्ट। तुसीं देखिया होगा ना हुण भी जो साइक्लोन एम्फन आया सीगा वो आंध्रा नूं तो चलो उन्हें घट इफेक्ट किया, लेकिन उड़ीसा एंड वैस्ट बंगाल कभी ज़्यादा आया सीगा। इस तो पहला साइक्लोन फानी आया सी, उन्हें भी ऐसे कोस्ट नूं इफेक्ट किया सी। सो मेन जो कोस्ट है इदां दा कोस्ट दी आंसर विल बी आंध्रा कोस्ट।
नेक्स्ट 21 नंबर क्वेश्चन, द बिगेस्ट आइसलैंड ऑफ या बिगेस्ट आयरलैंड ऑफ इंडियन ओशियन इज। वेरी वेरी इंपॉर्टेंट क्वेश्चन। आप डिस्कस किया सी आ इंडिया का पेनिनसुलर इंडिया है जो 3 हिस्सों तो वाटर बॉडीज नाल घिरिया है। ये है अपनी अरब सागर, ये है बंगाल की खाड़ी दैट इज़ ए बी, एंड इनके सेंटर जो इनू मिलांदा है वो है इंडियन ओशियन। सो इंडियन ओशियन दे विच डिफरेंट डिफरेंट आइसलैंड, डिफरेंट डिफरेंट आयरलैंड, डिफरेंट डिफरेंट स्मॉल कंट्रीज है। इंडियन ओशियन का सब तो वड्डा आयरलैंड की है? इज इट मालदीव, इज इट लक्षद्वीप, लक्षद्वीप जो कि इंडिया का ही है, मेडागास्कर, और इज इट सुमात्रा? सो द राइट आंसर टू दिस वेरी इंपॉर्टेंट क्वेश्चन इज मेडागास्कर। याद रखना है तुसी, इंडियन ओशियन जो रीजन है उनका सब तो वड्डा जो आयरलैंड है दैट इज मेडागास्कर। एंड अगर मैं गल करा सब तो इत्थे अगर होंदा स्मॉलेस्ट, बिगेस्ट की जगह ते स्मॉलेस्ट, दैन दी आंसर विल बी मालदीव्स। सो मालदीव सब तो छोटा, मेडागास्कर सब तो वड्डा, एंड वेयर सुमात्रा, कई बार ये पूछना जाता है सुमात्रा आयरलैंड किहड़ी कंट्री का है? यह है इंडोनेशिया, सुमात्रा। नेक्स्ट 22, विच इज द लार्जेस्ट पेनिनसुलर रिवर इन इंडिया? वेरी वेरी इंपॉर्टेंट। पेनिनसुलर मीनस साउथ इंडिया। साउथ इंडिया दी सब तो लार्जेस्ट रिवर केड़ी है? अगर पूरे इंडिया पूछा जाए लार्जेस्ट रिवर दैट इज गंगा, 24 किलोमीटर। बट अगर आप पेनिनसुलर इंडिया की गल करिए, वैसे अगर इंडिया जो रिवर बहदियाँ है वैसे ब्रह्मपुत्रा बहुत लंबी है, लेकिन अगर आप इंडिया के ही पोर्शन की गल करिए, क्योंकि ब्रह्मपुत्रा जो है वो चाइना च भी है, तिब्बत च भी है, उस तो बाद, लेकिन अगर आप इकल्ले इंडिया की गल करिए तो उन्हें आंसर दिता, लेकिन ये है लार्जेस्ट पेनिनसुलर रिवर पेनिनसुलर मीनस साउथ इंडिया की गल कर रहे हैं। सो इज इट कृष्णा, कावेरी, गोदावरी, महानदी? चारों ही पेनिनसुलर रिवर्स है, बट द लार्जेस्ट रिवर इज गोदावरी। सो गोदावरी रिवर जो है दिस इज द लार्जेस्ट रिवर ऑफ पेनिनसुलर इंडिया। सो लार्जेस्ट रिवर की आप गल करिए दैट इज गोदावरी दी, इट इज़ 1465 किलोमीटर, दैट इज 1465 किलोमीटर इनकी जो है वो डिस्टेंस है। एंड इन द उद्गम स्थल अगर आप ओरीजन की गल करिए, दिस ओरीजिनेट्स फ्रॉम त्रिंबकेश्वर, दैट इज आप त्रिंबकेश्वर महादेव मंदिर किया सी ना, केड़ी जगह केड़ी लोकेशन सी उनकी? त्रिंबकेश महादेव मंदिर की, नासिक महाराष्ट्र। सो उस जगह तो उद्गम स्थल है गोदावरी रिवर का। नेक्स्ट, Majuli, the largest river Ireland in the world, is located in which of the following states of India? Is it Assam or Arunachal Pradesh, West Bengal और मणिपुर? सो ਤੁਹਾਨੂੰ पता है कि माजुली जो रिवर आयरलैंड है ये वर्ल्ड का पहला वो आयरलैंड सी जिन्होंने डिस्ट्रिक्ट घोषित किया गया, ये है आसाम। आसाम दे विच एक आयरलैंड है दैट इज माजुली आयरलैंड। Who of the following is current cabinet minister of road transport, highway, ports and shipping? So बहुत इंपॉर्टेंट मंत्रालय है, रोड ट्रांसपोर्ट, हाईवे, पोर्ट्स एंड शिपिंग दे जो करंट कैबिनेट मिनिस्टर है कौन है? श्री मनसुख लाल मांडविया, श्री नितिन जयराम गडकरी, प्रकाश जावड़ेकर और रविशंकर प्रसाद। सो द राइट आंसर टू दिस क्वेश्चन इज श्री नितिन जयराम गडकरी। एंड इन्हों का लोक सभा क्षेत्र किहड़ा है? नागपुर। मनसुख लाल मांडविया इन्हों बारे आप गल करांगे। प्रकाश जावड़ेकर जो है राज्य सभा MP है, इन्हों को भी डिफरेंट डिफरेंट मंत्रालय है लाइक एनवायरमेंट, फॉरेस्ट एंड क्लाइमेट चेंज, हैवी इंडस्ट्री वगैरह इन्हों को है। दैन रविशंकर प्रसाद जो कि पटना तो MP है, जो कि थोड़ा याद होएगा शत्रुघ्न सिन्हा जी हरा के MP बने सी, इन्हों को है इलैक्ट्रॉनिक्स एंड IT मंत्रालय। सो नेक्स्ट क्वेश्चन, हू ऑफ द फॉलोइंग इज करंट मिनिस्टर ऑफ स्टेट MOS जिन्होंने आप कह दें MOS और फॉर शिपिंग? सो शिपिंग मंत्रालय किन्ना को है? इन्हों की अगर आप गल करिए ही इज मिस्टर मनसुख लाल मांडविया। मनसुख लाल मांडविया तुम इन्हों की पिक देख सकते हो। सो नितिन जयराम गडकरी जी की आप गल करके आए हैं। हरदीप सिंह पुरी है हाउसिंग एंड अर्बन डेवलपमेंट के मिनिस्टर। दैन गजेंद्र सिंह शेखावत, वेरी वेरी इंपॉर्टेंट, जल शक्ति मिनिस्टर है गजेंद्र सिंह शेखावत। सो ओके दोस्तों, दिस वाज दी बेस्ट 25 MCQ। तुसी आपका स्कोर जो है वो जरूर कमेंट बॉक्स के डिस्कस करना है, एंड कमेंट सैक्शन के तुसी फीडबैक जरूर देनी है। एंड मैं थोड़ा फिर दसना चाहूँगा कि मैं थोड़ा एक गल कही सी संडे वाली वीडियो के कि तुसी 3 आवर्स मैनू दिओ,
ਅਗਰ ਤੁਸੀਂ ਸਟੈਟਿਕ ਜੀਕੇ ਦੀ ਮਾਸਟਰੀ ਕਰਨਾ ਚਾਹੁੰਦੇ ਹੋ ਖੁਦ ਆਪਦੀ ਪੰਜਾਬੀ ਲੈਂਗੁਏਜ ਦੇ ਵਿੱਚ, ਤਾਂ 3 ਘੰਟੇ ਤੁਹਾਨੂੰ ਦੇਣੇ ਪੈਣਗੇ। ਆਪਣੇ 3 ਲੈਕਚਰ ਹੁੰਦੇ ਆ ਟਿਊਜ਼ਡੇ, ਫਰਾਈਡੇ ਐਂਡ ਸੰਡੇ। ਸੋ ਸੰਡੇ ਦਾ ਤਾਂ ਇੱਕ ਸਪੈਸ਼ਲ ਲੈਕਚਰ ਹੁੰਦਾ ਜਿਹਦੀ ਤੁਸੀਂ ਵੇਟ ਕਰਦੇ ਹੋ, ਜੋ ਹੈ ਬਲਾਸਟ, ਜੋ ਹੈ ਜੀਕੇ ਬਲਾਸਟ। ਉਹ ਆਪਾਂ ਕਰਦੇ ਹਾਂ ਪੂਰੇ ਹਫਤੇ ਦੀ ਸਟੈਟਿਕ ਜੀਕੇ, ਉਹ ਤਾਂ ਬਹੁਤ ਹੀ ਇੰਪੋਰਟੈਂਟ ਹੈ। ਇਹਨਾਂ ਦੋਨੋਂ ਲੈਕਚਰਸ ਦੇ ਵਿੱਚ ਆਪਾਂ ਇੱਕ ਇੱਕ ਟੌਪਿਕ ਲੈਂਦੇ ਹਾਂ। 40 ਮਿੰਟ ਦਾ ਲੈਕਚਰ ਹੁੰਦਾ ਹੈ। ਸੋ 3 ਲੈਕਚਰ 2 ਆਵਰਸ ਅਤੇ 1 ਘੰਟਾ ਹੁੰਦੀ ਰਿਵੀਜ਼ਨ। ਐਂਡ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਪ੍ਰੈਕਟਿਸ ਕਰਵਾਈਏ, ਸੋ ਇਹ ਚੀਜ਼ਾਂ ਤੁਹਾਨੂੰ ਦੇਣੀਆਂ ਪੈਣਗੀਆਂ ਅਗਰ ਤੁਸੀਂ ਸਟੈਟਿਕ ਜੀਕੇ ਦੀ ਮਾਸਟਰੀ ਕਰਨੀ ਹੈ। ਐਂਡ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸਟੈਟਿਕ ਜੀਕੇ ਓਬਵੀਅਸਲੀ ਕਿਸੇ ਵੀ ਐਗਜ਼ਾਮ ਦੀ ਰੀੜ ਦੀ ਹੱਡੀ ਹੁੰਦਾ ਹੈ। ਬਿਨਾਂ ਸਟੈਟਿਕ ਜੀਕੇ ਤੋਂ ਆਪਾਂ ਐਗਜ਼ਾਮ ਦੇ ਵਿੱਚ ਬੈਠ ਨਹੀਂ ਸਕਦੇ। ਸੋ ਓਕੇ ਦੋਸਤੋ, ਇਹਨਾਂ ਗੱਲਾਂ ਨਾਲ ਆਪਾਂ ਲੈਕਚਰ ਖਤਮ ਕਰਦੇ ਹਾਂ। ਲੈਕਚਰ ਦੀ ਫੀਡਬੈਕ ਜ਼ਰੂਰ ਦੇਣੀ ਹੈ। ਥੈਂਕ ਯੂ ਸੋ ਮਚ ਗਾਇਜ਼। ਰੱਬ ਰੱਖਾ।